ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਭਾਰਤ ਵਿੱਚ ਇਸ ਵੇਲੇ ਰਾਜਨੀਤੀ ਜਿਹੜੀ ਹੈ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਖਾਸ ਕਰਕੇ ਜਦੋਂ ਤੋਂ ਜਿਹੜਾ ਇੰਡੀਆ ਦਾ ਗੱਠਜੋੜ ਹੈ, ਉਸ ਦੀ ਬੈਠਕ ਜਿਹੜੀ ਮੁੰਬਈ 'ਚ ਹੋਈ, ਜਿਸ ਦੇ ਬਾਰੇ ਨਰਿੰਦਰ ਮੋਦੀ ਤੇ ਭਾਜਪਾ ਨੂੰ ਇਸ ਗੱਲ ਦੀ ਆਸ ਸੀ ਕਿ ਸ਼ਾਇਦ ਉੱਥੇ ਕੋਈ ਡਿਵੀਜ਼ਨ ਹੋ ਜਾਏਗੀ, ਉੱਥੇ ਕੋਈ ਫੁੱਟ ਪੈ ਜਾਏਗੀ। ਜਿਸ ਤਰ੍ਹਾਂ ਦਾ ਸ਼ਰਦ ਪਵਾਰ ਬਾਰੇ, ਮਮਤਾ ਬੈਨਰਜੀ ਬਾਰੇ, ਅਰਵਿੰਦ ਕੇਜਰੀਵਾਲ ਬਾਰੇ ਕਿਹਾ ਜਾ ਰਿਹਾ ਸੀ, ਪਰ ਉਹ ਉੱਥੇ ਸਭ ਕੁਝ ਜਦੋਂ ਨਾ ਵਾਪਰਿਆ ਤੇ ਪੂਰਾ ਇੰਡੀਆ ਗੱਠਜੋੜ ਇਕਮੁੱਠ ਹੋ ਕੇ ਤੇ ਲੋਕਾਂ ਦੇ ਜਿਹੜੇ ਬੁਨਿਆਦੀ ਮਸਲੇ ਸੀਗੇ, ਚਾਹੇ ਮਹਿੰਗਾਈ ਸੀ, ਬੇਰੁਜ਼ਗਾਰੀ ਸੀ, ਅਡਾਨੀ ਦਾ ਮਾਮਲਾ ਸੀ, ਔਰ ਹੋਰ ਜਿਹੜੇ ਮਾਮਲੇ ਸੀ, ਉਹਨਾਂ ਨੂੰ ਲੈ ਕੇ ਜਦੋਂ ਇੰਡੀਆ ਜਿਹੜਾ ਹੈ ਉਹ ਅੱਗੇ ਆਇਆ, ਲੋਕਾਂ ਦੇ ਅੱਗੇ ਜਨਤਕ ਤੌਰ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਤਾਂ ਉਹ ਸਾਰੇ ਹਾਲਤ ਦੇ ਅੰਦਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਗੱਲ ਨੂੰ ਕਿ ਲੋਕਾਂ ਦਾ ਧਿਆਨ ਇਹਨਾਂ ਸਾਰੀਆਂ ਗੱਲਾਂ ਵੱਲ, ਜਿਹੜੇ ਬੁਨਿਆਦੀ ਮੁੱਦੇ ਆ, ਨਾ ਜਾਵੇ, ਤਾਂ ਉਹਨਾਂ ਨੇ ਪਹਿਲਾਂ ਤਾਂ ਸਭ ਤੋਂ ਸਪੈਸ਼ਲ ਜਿਹੜਾ ਇੱਕ ਸੈਸ਼ਨ ਪਾਰਲੀਮੈਂਟ ਦਾ ਬੁਲਾਉਣ ਦਾ ਐਲਾਨ ਕੀਤਾ। ਔਰ ਸਪੈਸ਼ਲ ਸੈਸ਼ਨ ਬੁਲਾਉਣ ਦੇ ਲਈ ਉਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਬਕਾਇਦਾ ਜਿਹੜੀਆਂ ਸਾਡੀਆਂ ਖੁਦ ਮੁਖਤਾਰ ਸੰਸਥਾਵਾਂ ਸੀ, ਚਾਹੇ ਉਹ ਇਲੈਕਸ਼ਨ ਕਮਿਸ਼ਨ ਹੈ, ਚਾਹੇ ਉਹ CVC ਹੈ, ਚਾਹੇ ਹੋਰ ਸੰਸਥਾਵਾਂ ਹੈ, ਉਹਨਾਂ ਨੂੰ ਖਤਮ ਕੀਤਾ, ਉਹਨਾਂ ਨੂੰ ਪ੍ਰਭਾਵਹੀਨ ਕੀਤਾ। ਉਸ ਤਰ੍ਹਾਂ ਹੀ ਹੁਣ ਉਹਨਾਂ ਨੇ ਜਿਹੜੇ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਸੱਦਣ ਵੇਲੇ ਪਾਰਲੀਮਾਨੀ ਜਮਹੂਰੀਅਤ ਦੇ ਜਿਹੜੀਆਂ ਪ੍ਰਕਿਰਿਆਵਾਂ, ਜਿਹੜੇ ਪ੍ਰੋਸੈਸ ਨੇ, ਉਹਨਾਂ ਸਾਰਿਆਂ ਨੂੰ ਅੱਖੋਂ ਪਰੋਖੇ ਕਰਕੇ ਆਪਣੇ ਹੀ ਢੰਗ ਦੇ ਨਾਲ ਉਹਦਾ ਜਿਹੜਾ ਸੈਸ਼ਨ ਹੈ ਉਹ ਸੱਦਿਆ ਗਿਆ। ਔਰ ਬਕਾਇਦਾ ਜਿਹਦੇ ਵਿੱਚ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਜਾਂ ਸਰਬਦਲੀ ਮੀਟਿੰਗ ਹੁੰਦੀ ਹੈ, ਉਹ ਕੋਈ ਵੀ ਨਹੀਂ ਕੀਤੀ ਗਈ, ਤੇ ਨਾ ਹੀ ਉਸ ਦਾ ਕੋਈ ਏਜੰਡਾ ਦੱਸਿਆ ਗਿਆ ਕਿ ਉਹਨਾਂ ਕੀ ਕਰਨਾ। ਇਹ ਸਾਰਾ ਕੁਝ ਕਰਦਿਆਂ ਹੋਇਆਂ ਉਹਨਾਂ ਨੇ ਜਿਉਂ ਹੀ ਅਗਲੇ ਦਿਨ ਉਹਨਾਂ ਨੇ ਫੇਰ ਇਸ ਗੱਲ ਦਾ ਐਲਾਨ ਕਰ ਦਿੱਤਾ, ਔਰ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਕਿ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਹੈ ਉਹ ਹੋਏਗਾ, ਤੇ ਇਸ ਗੱਲ ਨੂੰ ਲੈ ਕੇ ਲੋਕਾਂ ਦਾ ਧਿਆਨ ਇਸ ਪਾਸੇ ਨੂੰ ਕਰਾਇਆ ਗਿਆ। ਫਿਰ ਉਸ ਤੋਂ ਅਗਲੇ ਦਿਨ ਦੁਬਾਰਾ ਫਿਰ ਉਸ ਦੇ ਲਈ ਇੱਕ ਪੈਨਲ ਬਣਾ ਦਿੱਤਾ ਗਿਆ, ਜਿਸ ਪੈਨਲ ਦੀ ਅਗਵਾਈ ਜਿਹੜੀ ਹੈ ਸਾਬਕਾ ਰਾਸ਼ਟਰਪਤੀ ਕਰ ਰਿਹਾ, ਤੇ ਉਸ ਦੀ ਜਿਹੜੀ ਪਹਿਲੀ ਮੀਟਿੰਗ ਹੈ ਬਕਾਇਦਾ ਜਿਹੜੀ ਹੈ 6 ਸਤੰਬਰ ਨੂੰ ਹੋਈ ਵੀ ਹੈ। ਔਰ ਇਸ ਤੋਂ ਇਲਾਵਾ ਫਿਰ ਅੱਗੇ ਆਣ ਕੇ ਗੱਲ ਆਉਂਦੀ ਹੈ ਕਿ ਉਹਨਾਂ ਨੇ ਹੋਰ ਕੀ ਕੁਝ ਕਰਨਾ ਹੈ। ਫਿਰ ਇਹ ਗੱਲ ਆ ਗਈ ਕਿ ਔਰਤਾਂ ਨਾਲ ਸੰਬੰਧਿਤ ਰਾਖਵੇਂਕਰਨ ਦਾ ਬਿੱਲ ਲਿਆਂਦਾ ਜਾਏਗਾ। ਫਿਰ ਆਖਰ ਆਣ ਕੇ ਗੱਲ ਫਿਰ ਇੱਥੇ ਆਣ ਕੇ ਹੁਣ ਸਾਰੀ ਚਰਚਾ ਜਿਹੜੀ ਹੈ ਉਹ ਕੇਂਦਰਿਤ ਹੋਈ ਹੈ ਕਿ ਦੇਸ਼ ਦਾ ਨਾਂ ਹੀ ਜਿਹੜਾ ਬਦਲ ਦਿੱਤਾ ਜਾਵੇ, ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਇੰਡੀਆ ਦੈਟ ਇਜ਼ ਭਾਰਤ, ਉਸ ਦੀ ਥਾਂ ਦੇ ਉੱਤੇ ਇਕੱਲਾ ਭਾਰਤ ਕੀਤਾ ਜਾਵੇ, ਕਿਉਂਕਿ ਇੰਡੀਆ ਨਾਂ ਜਿਹੜਾ ਵਿਰੋਧੀ ਗੱਠਜੋੜ ਨੇ ਆਪਣਾ ਰੱਖ ਲਿਆ। ਸੋ ਇਸ ਸਾਰੇ ਦੇ ਅੰਦਰ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਲੋਕਾਂ ਨੂੰ ਇਹ ਜਿਹੜੀਆਂ ਚਰਚਾਵਾਂ ਹੈਗੀਆਂ ਇਹਨਾਂ ਵਿੱਚ ਉਲਝਾ ਕੇ ਰੱਖਿਆ ਜਾਵੇ, ਤਾਂ ਜੋ ਲੋਕਾਂ ਦਾ ਧਿਆਨ ਜੋ ਕੁਝ ਉਹ ਕਰ ਰਹੇ ਆ ਜਾਂ ਉਹ ਜਿਹੜਾ ਗੁਪਤ ਏਜੰਡਾ ਲੈ ਕੇ ਚੱਲ ਰਹੇ ਆ ਉਹਨਾਂ ਵੱਲ ਨਾ ਜਾਵੇ, ਜਾਂ ਬੁਨਿਆਦੀ ਸਮੱਸਿਆਵਾਂ ਵੱਲ ਨਾ ਜਾਵੇ, ਅਡਾਨੀ ਦੇ ਮੁੱਦੇ ਵੱਲ ਨਾ ਜਾਵੇ। ਸੋ ਇਹ ਜਿਹੜੀ ਸਾਰੀ ਸਥਿਤੀ ਬਣੀ ਹੈ, ਇਸ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਕਿ ਇਸ ਦਾ ਦੇਸ਼ ਦੇ ਉੱਤੇ ਕੀ ਅਸਰ ਪੈ ਰਿਹਾ, ਦੇਸ਼ ਦੀ ਰਾਜਨੀਤੀ ਦੇ ਉੱਤੇ ਕੀ ਅਸਰ ਪੈ ਰਿਹਾ, ਕੌਮਾਂਤਰੀ ਤੌਰ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਸਾਡੇ ਦੇਸ਼ ਦਾ ਜਾ ਰਿਹਾ, ਔਰ ਇਸ ਦੇ ਉੱਤੇ ਗੱਲਬਾਤ ਕਰਾਂਗੇ। ਇਸ ਗੱਲਬਾਤ ਦੇ ਲਈ ਸਾਡੇ ਨਾਲ ਅੱਜ ਜਿਹੜੇ ਸਾਡੇ ਵਿਸ਼ੇਸ਼ ਮਹਿਮਾਨ ਨੇ, ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜੀ, ਜਿਨ੍ਹਾਂ ਦਾ ਕਿ ਲੰਬਾ ਤਜਰਬਾ ਹੈ ਪਾਰਲੀਮੈਂਟ ਨੂੰ ਕਵਰ ਕਰਨ ਦਾ, ਔਰ ਉਹ ਜਿਹੜੇ ਸਾਰੇ ਪ੍ਰੋਸੀਜਰ ਹੈ ਕਿਸ ਤਰ੍ਹਾਂ ਇਹ ਜਿਹੜੇ ਹੁਣ ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ, ਉਹਨਾਂ ਤੋਂ ਜਾਣਨਾ ਚਾਹਾਂਗੇ। ਇਸ ਤਰ੍ਹਾਂ ਹੀ ਸਾਡੇ ਦੂਸਰੇ ਵਿਸ਼ੇਸ਼ ਮਹਿਮਾਨ ਨੇ ਉੱਘੇ ਬੁੱਧੀਜੀਵੀ, ਉੱਘੇ ਰਾਜਸੀ ਚਿੰਤਕ ਸਤਨਾਮ ਚਾਨਾ ਜੀ, ਉਹਨਾਂ ਤੋਂ ਹੀ ਅਸੀਂ ਇਹ ਜਾਣਾਂਗੇ ਕਿ ਇਹ ਸਾਰੀ ਜਿਹੜੀ ਸਥਿਤੀ ਬਣੀ ਹੈ ਇਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ, ਉਹਨਾਂ ਦੀ ਕੀ ਰਾਏ ਹੈ। ਤੇ ਸਿੱਧੂ ਸਾਹਿਬ, ਚਾਨਾ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਧੰਨਵਾਦ ਜੀ, ਸ਼ੁਕਰੀਆ ਜੀ ਧੰਨਵਾਦ। ਜੰਡੂ ਸਾਹਿਬ। ਸਿੱਧੂ ਸਾਹਿਬ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਸ ਤਰ੍ਹਾਂ ਹੁਣ ਭਾਰਤ ਦਾ ਨਾਮ ਬਦਲਣ ਦੇ ਜਿਹੜੇ ਚਰਚੇ ਆ ਰਹੇ ਆ ਸਾਹਮਣੇ, ਪਹਿਲਾਂ ਵਨ ਇਲੈਕਸ਼ਨ ਵਨ ਨੇਸ਼ਨ ਦੀ ਗੱਲ ਆਈ, ਹੁਣ ਜਿਸ ਤਰ੍ਹਾਂ ਹੈਗਾ ਕਿ ਪਾਰਲੀਮੈਂਟ ਦੇ ਜਿਹੜਾ ਬਿਨਾਂ ਹੀ ਸੈਸ਼ਨ ਤੋਂ ਇਹ ਜਿਹੜਾ ਨਾਮ ਬਦਲਤਾ ਗਿਆ, ਜਿਸ ਦੇ ਸਬੂਤ ਜਿਹੜੇ ਦੋ ਸਾਹਮਣੇ ਆਏ। ਇੱਕ ਤਾਂ ਜਿਹੜਾ ਰਾਸ਼ਟਰਪਤੀ ਦੇ ਵੱਲੋਂ G20 ਦੇ ਜਿਹੜੇ ਆ ਰਹੇ ਮਹਿਮਾਨ ਜਾਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ, ਉਹਨਾਂ ਨੂੰ ਜਿਹੜਾ ਰਾਤ ਦਾ ਖਾਣਾ ਉਹਨਾਂ ਦੇਣਾ, ਉਸ ਦਾ ਜਿਹੜਾ ਸੱਦਾ ਪੱਤਰ ਹੈ ਉਸ ਦੇ ਉੱਤੇ ਬਕਾਇਦਾ ਲਿਖਿਆ ਗਿਆ ਪ੍ਰੈਜ਼ੀਡੈਂਟ ਆਫ ਭਾਰਤ, ਪਹਿਲਾਂ ਲਿਖਿਆ ਜਾਂਦਾ ਸੀ ਪ੍ਰੈਜ਼ੀਡੈਂਟ ਆਫ ਇੰਡੀਆ। ਇਸ ਤਰ੍ਹਾਂ ਜਿਹੜਾ ਹੁਣ ਬਕਾਇਦਾ ਜਿਹੜਾ ਪ੍ਰਾਈਮ ਮਿਨਿਸਟਰ ਦਾ ਇੱਕ ਕਾਰਡ ਛਪਿਆ ਹੈਗਾ,
ਉਸ ਦੇ ਉੱਪਰ ਵੀ ਪ੍ਰਾਈਮ ਮਿਨਿਸਟਰ ਆਫ ਭਾਰਤ ਲਿਖਿਆ, ਪ੍ਰਾਈਮ ਮਿਨਿਸਟਰ ਆਫ ਇੰਡੀਆ ਨਹੀਂ ਲਿਖਿਆ, ਤੇ ਇਸ ਤੋਂ ਵਿਰੋਧੀ ਧਿਰ ਦੇ ਜਿਹੜੇ ਸ਼ੰਕੇ ਵੱਧ ਗਏ ਹੈਗੇ ਆ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਮੈਨੂੰ ਅਜੇ ਵੀ ਇਹ ਸਾਰਾ ਕੁਝ ਇਹ ਲੱਗ ਰਿਹਾ ਹੈ ਵੀ ਭਾਰਤ ਦਾ ਨਾਂ ਲੈਣਾ, ਇੰਡੀਆ ਦਾ ਜਿਹੜਾ ਆਪੋਜੀਸ਼ਨ ਦਾ ਗੱਠਜੋੜ ਹੋਇਆ, ਉਸ ਦੀ ਜਿਹੜੀ ਮਕਬੂਲੀਅਤ ਹੈ ਜਾਂ ਉਹ ਲੋਕਾਂ 'ਚ ਜਾ ਰਿਹਾ ਹੈ, ਉਸ ਨੂੰ ਕੱਟ ਕਰਨਾ, ਕਨਫਿਊਜ਼ਨ ਪੈਦਾ ਕਰਨਾ, ਲੋਕਾਂ 'ਚ ਭਰਮ ਭੁਲੇਖੇ ਹੋਰ ਖੜੇ ਕਰਨੇ ਆ, ਜਾਂ ਲੋਕਾਂ ਨੂੰ ਹੋਰ ਪਾਸੇ ਉਹਨਾਂ ਦਾ ਧਿਆਨ ਦਿਵਾਉਣਾ, ਇਹ ਸਾਰਾ ਕੁਝ ਕੀਤਾ ਜਾ ਰਿਹਾ। ਇੰਨੀ ਤੇਜ਼ੀ ਨਾਲ ਨਾਂ ਨਹੀਂ ਬਦਲਿਆ ਜਾ ਸਕਦਾ, ਇਹਦੀ ਕਾਫੀ ਕਾਨੂੰਨੀ ਪ੍ਰਕਿਰਿਆ ਕਰਨੀ ਪਏਗੀ। ਕੰਸਟੀਟਿਊਸ਼ਨ 'ਚ ਐਡੀ ਵੱਡੀ ਇਸ ਤਰੀਕੇ ਦੀ ਚੇਂਜ ਨਹੀਂ ਆ ਸਕਦੀ। ਦੂਸਰੀ ਗੱਲ ਇਹ ਵੀ ਅਡਾਨੀ ਦੇ ਵਿਰੁੱਧ ਜਿਸ ਦਿਨ ਉਹ ਸਾਰਾ ਆ ਗਿਆ ਸੀ ਪ੍ਰੋਗਰਾਮ ਗਾਰਡੀਅਨ ਤੇ ਫਾਈਨੈਂਸ਼ੀਅਲ ਐਕਸਪ੍ਰੈਸ ਦੇ ਵਿੱਚ, ਵੀ ਇਹ ਕਿਸ ਤਰੀਕੇ ਨਾਲ ਸਾਰੇ ਇਹਨਾਂ ਨੇ ਕਿੰਨੇ 8 ਮਿਲੀਅਨ ਡਾਲਰ ਦੇ ਨੇ ਬਾਹਰ ਕੱਢਿਆ, ਤੇ ਫਿਰ ਉਸੇ ਅੰਦਰ ਆ ਕੇ ਉਸ ਨੂੰ ਆਪਦੇ ਇਨਵੈਸਟ ਕੀਤਾ। ਮਤਲਬ ਕਿ ਇਹ ਹੁੰਦਾ ਵੀ ਤੁਸੀਂ 25% 75% ਦੇ ਤੋਂ ਵੱਧ ਆਪਦੇ ਖਾਤਿਆਂ 'ਚ ਨਹੀਂ ਕਰ ਸਕਦੇ। ਇਹਨਾਂ ਨੇ ਸਾਰਾ ਜਿਹੜਾ ਉੱਪਰਲਾ 77% ਦੇ ਨੇੜੇ ਤੇੜ ਸਾਰਾ ਦੁਆਰਾ ਇਨਵੈਸਟ ਕਰਤਾ ਸਾਰਾ, ਜਿਹਦੇ ਨਾਲ ਆਪਦੀ ਸਟਾਕ ਦੀ ਮੈਨੂਪੂਲੇਸ਼ਨ ਹੋ ਜਾਂਦੀ ਹੈ ਤੇ ਵਧਾਈ ਚੜਾਈ ਜਾਂਦੇ ਆ, ਆਪ ਹੀ ਖਰੀਦੇ, ਆਪ ਹੀ ਫਿਰ ਵਧਾਤੇ ਰੇਟ। ਇਹ ਸਾਰਾ ਕੁਝ ਜਿਹੜਾ ਅੰਦਰੋਂ ਅੰਦਰ ਹੀ ਕੀਤਾ ਗਿਆ, ਇਹ ਉਹ ਸਾਰੇ ਦਾ ਜਦੋਂ ਆਇਆ ਉਹਨੂੰ ਬਚਾਉਣ ਲਈ, ਜਾਂ ਇਹ ਮੁੜ ਕੇ ਇਹਦੇ ਤੇ ਰੌਲਾ ਨਾ ਪਵੇ, ਨਾਲ ਦੀ ਨਾਲ ਇਹ ਸਾਰਾ ਕੁਝ ਖੜਾ ਕਰਤਾ। ਸਪੈਸ਼ਲ ਸੈਸ਼ਨ ਦੀ ਗੱਲ ਹੋ ਗਈ, ਭਾਰਤ ਦੀ ਹੋ ਗਈ, ਤੇ ਸਾਰੇ ਨਿੱਕੇ ਨਿੱਕੇ ਗੱਲਾਂ ਸਾਰੀਆਂ ਨਾਲ ਦੀ ਨਾਲ ਹੀ ਸਾਰੇ ਜੋੜਤੇ ਇਹਨਾਂ ਨੇ। ਤੁਸੀਂ ਦੇਖੋ ਵੀ ਜਿਸ ਤਰੀਕੇ ਨਾਲ ਸਪੈਸ਼ਲ ਸੈਸ਼ਨ ਦੀ ਗੱਲਬਾਤ ਹੈ, ਉਹ ਕਹਿ ਵੀ ਚੁੱਕੇ ਹੋ ਤੁਸੀਂ ਵੀ, ਉਹਦੇ ਲਈ ਐਡਵਾਈਜ਼ਰੀ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ। ਸਪੀਕਰ ਮੀਟਿੰਗ ਬੁਲਾਉਂਦਾ, ਉਹਦੀ ਕੋਈ ਮੀਟਿੰਗ ਨਹੀਂ ਹੋਈ। ਕਮ ਸੇ ਕਮ ਪਾਰਲੀਮੈਂਟਰੀ ਮਿਨਿਸਟਰ ਵੀ ਬੁਲਾਉਂਦਾ ਹੈ ਮੀਟਿੰਗ ਪਹਿਲਾਂ, ਤਾਂ ਕਿ ਥੋੜਾ ਜਿਹਾ ਆਪੋਜੀਸ਼ਨ ਨਾਲ ਸਾਰੀ ਗੱਲ ਕਰ ਲਈ ਜਾਵੇ, ਤੇ ਉਹ ਪਾਰਲੀਮੈਂਟਰੀ ਮਿਨਿਸਟਰ ਦੀ ਵੀ ਕੋਈ ਗੱਲਬਾਤ ਨਹੀਂ, ਕੋਈ ਹੋਇਆ ਹੀ ਨਹੀਂ, ਪ੍ਰੋਸੀਜਰ ਹੀ ਨਹੀਂ ਅਡਾਪਟ ਕੀਤਾ। ਦੂਜਾ ਫਿਰ ਏਜੰਡਾ ਦੱਸਿਆ ਜਾਂਦਾ, ਉਹਦੇ ਵਿੱਚ ਇਹ ਹੈ ਵੀ ਤੁਹਾਡੀ ਕੋਈ ਵੀ ਕਿਸੇ ਕਿਸਮ ਦੀ ਅਫੀਸ਼ੀਅਲ ਬਿੱਲ ਹੈ ਜਿਹੜੇ ਉਹ ਲਿਆਂਦੇ ਜਾਣਗੇ, ਸਰਕਾਰੀ ਬਿੱਲ ਲਿਆਂਦੇ ਜਾਣਗੇ, ਤੇ ਨਾ ਤਾਂ ਉਹਦੇ 'ਚ ਕੋਈ ਕੁਐਸਚਨ ਆਵਰ ਹੋਵੇਗਾ, ਨਾ ਜ਼ੀਰੋ ਆਵਰ ਹੋਵੇਗਾ। 5 ਦਿਨ ਦਾ ਸੈਸ਼ਨ ਹੈ, ਤੇ ਕੀ ਹੋਵੇਗਾ, ਕਿਵੇਂ ਹੋਵੇਗਾ, ਇੰਨੀ ਇਸ ਕਿਸਮ ਦਾ ਜਿਹੜਾ ਮੋਦੀ ਦੀ ਟਾਈਪ ਦਾ ਜਿਹੜਾ ਡਿਕਟੇਟਰਸ਼ਿਪ ਹੈ, ਜਾਂ ਇਸ ਕਿਸਮ ਦਾ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਪਾਰਲੀਮੈਂਟ ਦੇ ਨੂੰ ਸਬਵਰਟ ਕਰ ਦੇਣਾ, ਉਲਟਾ ਦੇਣਾ, ਆਪਣੀ ਮਰਜ਼ੀ ਨਾਲ ਚਲਾਉਣਾ। ਤੇ ਇਹ ਐਂ ਲੱਗਦਾ ਵੀ ਵੈਸੇ ਤਾਂ ਦੇਖੀਏ ਤਾਂ ਮੋਦੀ ਤੋਂ ਬਗੈਰ ਹੋਰ ਕੋਈ ਹੈ ਵੀ ਨਹੀਂ। ਅਮਿਤ ਸ਼ਾਹ ਦਾ ਨਾਂ ਆਉਂਦਾ, ਬਾਕੀ ਸਭ ਦੇ ਕਿਸੇ ਦੇ ਪਾਰਟੀ ਦੇ ਨਾਮ ਹੀ ਨਹੀਂ ਆਉਂਦੇ। ਕੈਬਨਿਟ ਦਾ ਲੋਕਾਂ ਨੂੰ ਪਤਾ ਤੱਕ ਵੀ ਨਹੀਂ ਵੀ ਕੈਬਨਿਟ 'ਚ ਮਿਨਿਸਟਰ ਕਿਹੜੇ ਆ। ਖਾਲੀ ਹੋਮ ਮਿਨਿਸਟਰ ਦਾ ਪਤਾ, ਗਡਕਰੀ ਦਾ ਪਤਾ। ਸਾਹਿਬ ਇਹ ਵੀ ਕਿਹਾ ਜਾਂਦਾ ਹੈ ਕਿ ਕੈਬਨਿਟ ਦੇ ਵਿੱਚ ਵੀ ਇਸ ਨੂੰ ਨਹੀਂ ਲਿਆਂਦਾ ਗਿਆ, ਔਰ ਕੈਬਨਿਟ ਮੰਤਰੀ ਵੀ ਇੱਕ ਦੂਜੇ ਨੂੰ ਪੁੱਛ ਰਿਹਾ ਕਿ ਭਾਈ ਕਿਉਂ ਬੁਲਾਇਆ ਗਿਆ। ਬਿਲਕੁਲ ਕੈਬਨਿਟ ਮਿਨਿਸਟਰ ਵੀ ਪੁੱਛ ਰਿਹਾ। ਪਹਿਲਾਂ ਇਹ ਸਾਰੀ ਗੱਲ ਪਹਿਲਾਂ ਕੈਬਨਿਟ ਜਾਂਦੀ ਹੈ ਵੀ ਅਸੀਂ ਸੈਸ਼ਨ ਬੁਲਾਉਣਾ, ਇਹ ਪ੍ਰਕਿਰਿਆ ਵੀ ਜ਼ਰੂਰ ਹੈ। ਕੈਬਨਿਟ ਮਨਜ਼ੂਰੀ ਦਿੰਦਾ, ਫਿਰ ਇਹ ਸਾਰੀ ਪ੍ਰਕਿਰਿਆ ਅੱਗੇ ਸਪੀਕਰ ਤੱਕ ਕਨਵੇ ਹੁੰਦੀ ਹੈ। ਸਪੀਕਰ ਦੇ ਫਿਰ ਅੱਗੇ ਕਹਿੰਦਾ ਪਾਰਲੀਮੈਂਟ ਮਿਨਿਸਟਰ ਨੂੰ ਵੀ ਤੂੰ ਮੀਟਿੰਗ ਕਰ, ਜਾਂ ਸਪੀਕਰ ਖੁਦ ਕਾਲ ਕਰਦਾ, ਤੇ ਏਜੰਡਾ ਆਉਂਦਾ ਸਾਰਾ। ਇਹ ਇੱਕ ਪੂਰਾ ਪ੍ਰੋਸੀਜਰ ਹੈ। ਹੁਣ ਅਸੀਂ ਦੇਖਦੇ ਰਹੇ ਹਾਂ, ਮੈਂ 2-3 ਇਨਸੀਡੈਂਟ ਬੜੇ ਯਾਦ ਆ ਮੇਰੇ, ਜਿਸ ਤਰੀਕੇ ਨਾਲ ਸਰਕਾਰਾਂ ਦਾ ਜਦੋਂ ਹੁੰਦਾ ਸੀ। ਅਡਵਾਨੀ ਦੀ 13 ਦਿਨ ਦੀ ਸਰਕਾਰ ਜਦੋਂ ਡਿੱਗੀ ਆ, ਸੌਰੀ ਵਾਜਪਾਈ ਦੀ 13 ਦਿਨ ਦੀ ਸਰਕਾਰ ਡਿੱਗੀ ਆ, ਤੇ ਪਿਨ ਡ੍ਰੌਪ ਸਾਇਲੈਂਸ ਸੀ, ਸਾਰਾ ਹਾਊਸ ਫੁੱਲ ਸੀ, ਆਪੋਜੀਸ਼ਨ ਸਣੇ ਸਭ, ਕਿਉਂਕਿ ਉੱਥੇ ਇਹ ਸੀਗਾ ਵੀ ਇਹ ਜਿਹੜੀ ਗੱਲ ਕਹੂਗਾ ਇਦੋਂ ਪਿੱਛੋਂ ਵੋਟ ਪਏਗੀ, ਜਿਹਨੂੰ ਅਸੀਂ ਡਿਵੀਜ਼ਨ ਕਹਿੰਦੇ ਆ ਉੱਥੇ ਪਾਰਲੀਮੈਂਟ ਲੈਂਗੁਏਜ ਵਿੱਚ, ਡਿਵੀਜ਼ਨ ਹੋਏਗੀ ਤੇ ਵੋਟਾਂ ਪੈਣਗੀਆਂ ਹੁਣ। ਤੇ ਉਹ ਭਾਸ਼ਣ ਦੇ ਹੀ ਗਿਆ, ਸਡਨਲੀ ਅੱਧੇ ਕੁ ਘੰਟੇ ਦੇ ਭਾਸ਼ਣ ਦੇ ਪਿੱਛੋਂ ਸਡਨਲੀ ਕਹਿ ਗਿਆ ਮੈਂ ਰਿਜ਼ਾਈਨ ਦੇਤਾ। ਇੱਕੋ ਦਮ ਸਾਰੇ ਸ਼ਾਂਤ ਸੀ, ਸਾਰਾ ਮਾਹੌਲ, ਇੱਕੋ ਦਮ ਰੌਲਾ ਪੈ ਗਿਆ। ਪਰ ਕਿਸੇ ਨੇ ਨਾ ਤਾਂ ਰੂਲਿੰਗ ਪਾਰਟੀ ਦੇ ਕਿਸੇ ਬੰਦੇ ਨੇ ਇੱਕ ਦੂਜੇ ਨੂੰ ਗਲਤ ਕਿਹਾ, ਨਾ ਉਹਨਾਂ ਨੇ ਇੱਕ ਦੂਜੇ ਨੂੰ ਗਲਤ ਕਿਹਾ। ਸਵਾਂ ਤੋਂ ਇਹ ਸਾਰੇ ਜਦੋਂ ਉੱਠਣ ਲੱਗਿਆ ਹਾਊਸ ਇੱਕੋ ਦਮ, ਤੇ ਸਾਰੇ ਇੱਕ ਦੂਜੇ ਨੂੰ ਜੱਫੀਆਂ ਪਾ ਰਹੇ ਸਣੇ, ਆਪੋਜੀਸ਼ਨ ਸਣੇ ਰੂਲਿੰਗ ਜਿਹੜੇ ਰਹੇ ਸੀ ਸਾਰੇ ਵਾਜਪਾਈ। ਕੋਈ ਹੁੰਦਾ ਹੀ ਨਹੀਂ ਸੀ ਵੀ ਆਹ ਸਾਰਾ ਕੁਝ ਐਡਾ ਵੱਡਾ ਘਟਨਾ ਹੋ ਗਈ ਹੈ ਤੇ ਇਦੋਂ ਪਿੱਛੋਂ ਕੋਈ ਗਲਤ ਗੱਲ ਹੋਵੇਗੀ, ਜਾਂ ਕੋਈ ਖਾਸ ਕਿਸਮ ਦੀ ਕੋਈ ਐਕਰੀਮਨੀ, ਕੋਈ ਗਲਤ ਇਸ ਕਿਸਮ ਦੇ ਸ਼ਬਦ ਹੋਣਗੇ। ਇਸੇ ਤਰੀਕੇ ਨਾਲ ਦੇਵਗੌੜਾ ਦੀ ਸਰਕਾਰ ਬਣੀ, UF ਦੇ ਰਾਹੀਂ ਡਿੱਗੀ,
ਉਹਦਾ ਸਾਰੇ ਸੀਨ ਵੀ ਬੜੇ ਬੜੇ ਸ਼ਾਂਤਪੂਰਵਕ ਸਾਰਾ ਕੁਝ ਹੁੰਦਾ ਸੀ, ਸਰਕਾਰਾਂ ਬਣਦੀਆਂ ਸੀ, ਡਿੱਗਦੀਆਂ ਵੀ ਸੀ। ਤੇ ਇਹ ਜਿਸ ਤਰੀਕੇ ਨਾਲ ਲੈ ਰਹੇ ਆ, ਐਵੇਂ ਆਪਣੇ ਗੁਜਰਾਲ ਦੀ ਜਦੋਂ ਸਰਕਾਰ ਬਣੀ ਤਾਂ ਉਸ ਦਾ ਭਾਸ਼ਣ ਸਾਰਾ ਹੋਇਆ। ਯੂਐਫ ਵੇਲੇ ਤਾਂ 2-3 ਸਰਕਾਰਾਂ ਬਣੀਆਂ ਤੇ ਇਸ ਕਰਕੇ ਬੜਾ ਪ੍ਰੋਸੈਸ, ਬੜਾ ਮਰਜ਼ਾਦਾ ਬਹੁਤ ਹੁੰਦੀ ਸੀ, ਪਾਰਲੀਮੈਂਟ ਦੀ ਮਰਜ਼ਾਦਾ 'ਚ ਸਭ ਕੁਝ ਰੱਖਿਆ ਜਾਂਦਾ ਹੁੰਦਾ ਸੀ। ਕਦੇ ਕੁਛ ਉੱਠ ਕੇ ਕਦੇ ਇਸ ਕਿਸਮ ਦੀ ਨਹੀਂ ਸੀ ਗੱਲ ਹੋਈ। ਜਿਵੇਂ ਕੋਈ ਸੀਨੀਅਰ ਬੰਦਾ, ਇੱਥੋਂ ਤੱਕ ਮਰਜ਼ਾਦਾ ਹੁੰਦੀ ਸੀ, ਮੇਰੇ ਯਾਦ ਹੈ ਬਈ ਇੱਕ ਵਾਰ ਚੰਦਰ ਸ਼ੇਖਰ ਤੇ ਇੱਕ ਵਾਰ ਕਿਤੇ ਜਾਰਜ ਫਰਨਾਂਡੇਜ਼ ਨੇ ਪਾਰਲੀਮੈਂਟ ਵਿੱਚ ਕਹਿ ਦਿੱਤਾ ਵੀ ਗੱਲ ਚੱਲ ਪਈ ਬੰਬੇ ਰੌਲਾ ਪੈ ਗਿਆ ਜਦੋਂ ਕਹਿੰਦਾ ਜਦੋਂ ਸਾਡੀ ਹੜਤਾਲ ਸੀਗੀ, ਰੇਲਵੇ ਦੀ ਮਸ਼ਹੂਰ ਹੜਤਾਲ ਹੋਈ ਹੈ 1975 ਵਾਲੀ, 1974 ਦੀ, ਉਸ ਹੜਤਾਲ ਦੇ ਵਿੱਚ ਵੀ ਗੜਬੜ ਬਹੁਤ ਕਰਤੀ ਸੀ, ਜਾ ਕੇ ਅਫਵਾਹਾਂ ਫੈਲਾਈਆਂ ਗਈਆਂ ਸੀ ਵੀ ਇਹ ਇਸ ਤਰੀਕੇ ਨਾਲ ਵੀ ਪਾਣੀਆਂ ਨੂੰ ਵੀ ਜਿਹੜੇ EMPLOYE ਆ ਉਹਨਾਂ ਨੇ, ਰੇਲਵੇ EMPLOYE ਨੇ ਪਾਣੀਆਂ ਵਿੱਚ ਵੀ ਜ਼ਹਿਰ ਘੋਲਤੀ, ਟੈਂਕੀ 'ਚ ਵੀ ਜ਼ਹਿਰ ਘੋਲਤੀ। ਤੇ ਇਹ ਸਾਰਾ ਕੁਝ, ਉਹ ਗੱਲ ਉੱਥੋਂ ਟੈਂਕੀ 'ਚ ਜ਼ਹਿਰ ਘੋਲਣ ਦੀ ਇੱਥੋਂ ਤੱਕ ਚੱਲੀ ਵੀ ਉਹ 84 ਦੇ ਵਿੱਚ ਜਿਹੜਾ ਨਵੰਬਰ 84 ਹੋਇਆ, ਉਦੋਂ ਵੀ ਇਹੋ ਜਿਹੀਆਂ ਅਫਵਾਹਾਂ ਦਿੱਲੀ ਚਲੇ ਸੀ, ਉੱਥੋਂ ਤੱਕ ਪਹੁੰਚ ਗਏ। ਤਾਂ ਆਪਸ ਵਿੱਚ ਦੀ ਬਹੁਤ ਜ਼ਿਆਦਾ ਤੇਵਰ ਗੜਬੜ ਹੋਣ ਲੱਗੇ ਸਾਰਾ ਇਸ ਗੱਲ ਦਾ। ਜਦੋਂ ਨਵੰਬਰ ਤੱਕ ਪਹੁੰਚ ਗਏ ਤਾਂ ਚੰਦਰ ਸ਼ੇਖਰ 8 ਵਾਰ ਉਦੋਂ ਪਹਿਲਾਂ MP ਬਣਿਆ ਸੀ। ਚੰਦਰ ਸ਼ੇਖਰ ਖੜਾ ਹੋਇਆ, ਕੋਈ ਹਸੀਅਤ ਨਹੀਂ ਸੀ ਉਹਦੀ ਐਜ ਏ ਆਪੋਜੀਸ਼ਨ ਲੀਡਰ ਜਾਂ ਕੁਝ ਵੀ ਉਹਨਾਂ ਦਿਨਾਂ ਦੇ ਵਿੱਚ, ਉਹਦੀ ਪਾਰਟੀ ਬੜੀ ਛੋਟੀ ਸੀ, ਪਰ ਉਹ ਪਰਸਨਲ ਕਪੈਸਿਟੀ 'ਚ ਆਇਆ ਤੇ ਉਹਨੇ ਸਾਰਿਆਂ ਨੂੰ ਕਿਹਾ ਵੀ ਇਹ ਡਿਸਕਸ਼ਨ ਇੱਕੋ ਦਮ ਬੰਦ ਕਰੋ, ਇਹ ਡਿਸਕਸ਼ਨ ਪਾਰਲੀਮੈਂਟ ਦੀ ਵਾਲੀ ਗੱਲ ਨਹੀਂ, ਇਹ ਦੂਸ਼ਣਬਾਜ਼ੀ ਤੱਕ ਪਹੁੰਚ ਗਏ। ਪਾਰਲੀਮੈਂਟ ਦੀ ਮਰਜ਼ਾਦਾ ਹੁੰਦੀ ਹੈ, ਉਹਦੇ ਵਿੱਚ ਇਹ ਜਿਹੜੀਆਂ ਇਹੋ ਜਿਹੀਆਂ ਅਫਵਾਹਾਂ ਵਾਲੀ ਦੂਸ਼ਣਬਾਜ਼ੀ ਇੱਥੇ ਨਾ ਕਰੋ। ਤੇ ਸਾਰੇ ਚੁੱਪ ਕਰ ਗਏ ਸੀ, ਇੱਕਦਮ ਸ਼ਾਂਤ ਹੋ ਗਿਆ ਸੀ ਤੇ ਨਾ ਹੀ ਕੋਈ ਚੀਜ਼ ਰਿਕਾਰਡ ਤੇ ਲਿਆਂਦੀ ਜਾਵੇ। ਉਹਨੇ ਕਿਹਾ ਉਹ ਸਾਰੀ ਚੀਜ਼ ਰਿਕਾਰਡ ਚੋਂ ਕੱਢ ਦਿੱਤੀ ਗਈ ਪਹਿਲੀ। ਤਾਂ ਇਸ ਕਿਸਮ ਦਾ ਇੱਕ ਸੀਨੀਅਰ ਜਿਹੜਾ MP ਵੀ ਹੁੰਦਾ ਸੀ ਤਾਂ ਉਸ ਦੀ ਵੀ ਬਹੁਤ ਜ਼ਿਆਦਾ ਮੰਨੀ ਜਾਂਦੀ ਸੀ, ਉਹ ਬਰਾਬਰ ਖੜਾ ਹੋ ਜਾਂਦਾ ਸੀ ਪ੍ਰਾਈਮ ਮਿਨਿਸਟਰ ਦੇ। ਤੇ ਇਹ ਹੁਣ ਤਾਂ ਬਿਲਕੁਲ ਹੀ ਲੱਗਦਾ ਹੀ ਨਹੀਂ ਵੀ ਇਸ ਕਿਸਮ ਦਾ ਕੋਈ ਇੱਕ ਤੇ ਕੋਈ ਮਰਜ਼ਾਦਾ ਰੱਖਦੀ ਹੈ। ਜਿਵੇਂ ਹੁਣ ਭਾਸ਼ਣ ਦਿੰਦਾ ਮੋਦੀ ਪਾਰਲੀਮੈਂਟ ਦੇ ਵਿੱਚ, ਇਉਂ ਲੱਗਦਾ ਹੁੰਦਾ ਜਿਵੇਂ ਉਹ ਇਲੈਕਸ਼ਨ ਰੈਲੀ ਨੂੰ ਸੰਬੋਧਨ ਕਰ ਰਿਹਾ ਹੁੰਦਾ। ਤਾਂ ਇਸ ਕਿਸਮ ਦਾ ਕੁਝ ਵੀ ਨਹੀਂ ਸੀ ਹੁੰਦਾ, ਸਾਰਾ ਮਰਜ਼ਾਦਾ ਨਾਲ ਸਾਰਾ ਕੁਝ ਹੁੰਦਾ ਸੀ। ਇਹ ਹੁਣ ਜਦ ਕਿ ਮੋਦੀ ਦਾ ਜਿਹੜਾ ਆਪਣਾ ਹੀ ਸਾਰਾ ਸਬੱਬ ਹੈ, ਆਪਣਾ ਹੀ ਤੌਰ ਤਰੀਕਾ ਜਿਹੜਾ ਇਹ ਜਿਹੜਾ ਹੈ, ਉਹ ਸਿੰਗਲ ਮੈਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਸੋ ਕਾਲਡ ਡੈਮੋਕ੍ਰੈਟਿਕ ਸੈਟਅਪ ਜਾਂ ਖੌਤੀ ਡੈਮੋਕ੍ਰੈਟਿਕ ਸੈਟਅਪ ਜਾਂ ਪਾਰਲੀਮੈਂਟ ਸੈਟਅਪ ਵਿੱਚ ਇੱਕ ਡਿਕਟੇਟਰ ਕੰਮ ਕਰ ਰਿਹਾ ਹੈ। ਡਿਕਟੇਟਰ ਦੇ ਲੈਵਲ ਤੇ, ਡਿਕਟੇਟਰ ਆਪਣੇ ਲੈਵਲ ਤੇ ਹੀ ਕਰ ਰਿਹਾ ਸਾਰਾ ਕੁਝ। ਇਹ ਨਵੀਂ ਕਿਸਮ ਦਾ ਜਿਹੜਾ ਡਿਕਟੇਟਰ ਹੈ, ਉਹਨੂੰ ਪਾਰਲੀਮੈਂਟ ਲਾਉਣ ਦੀ ਲੋੜ ਨਹੀਂ, ਉਹਨੂੰ ਪਾਰਲੀਮੈਂਟ ਰੱਖਣ ਦੀ ਲੋੜ ਹੈ। ਉਹ ਇਲੈਕਸ਼ਨ ਵੀ ਕਰਾਊਗਾ, ਇਲੈਕਸ਼ਨ ਹੁੰਦੇ ਹੋਏ ਵੀ ਉਹਦਾ ਕੰਮ ਸਾਰਾ ਡਿਕਟੇਟਰ ਵਾਲਾ ਹੋ ਰਿਹਾ ਹੈ। ਇਸ ਦਾ ਇਹ ਨਮੂਨਾ ਅੱਜ ਦੀ ਜਿਹੜੀ ਪਾਰਲੀਮੈਂਟ ਚੱਲ ਰਹੀ ਹੈ, ਇਹਦੇ 'ਚ ਦਿਖਾਈ ਦੇ ਰਿਹਾ। ਚੰਨਾ, ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਗੱਲ ਕਹੀ ਹੈ ਕਿ ਇਹ ਜਮਹੂਰੀ ਜਿਹੜੀ ਤਾਨਾਸ਼ਾਹੀ ਹੈ, ਇਹ ਕਿਸ ਢੰਗ ਨਾਲ ਚੱਲ ਰਹੀ ਹੈ, ਕਿਸ ਤਰ੍ਹਾਂ ਦੇ ਸਿਸਟਮ ਨੂੰ ਚਲਾਇਆ ਜਾ ਰਿਹਾ ਹੈ ਕਿ ਜਮਹੂਰੀਅਤ ਵੀ ਹੈ ਪਰ ਨਾਲ ਤਾਨਾਸ਼ਾਹੀ ਵਾਂਗੂ ਸਾਰੇ ਸਿਸਟਮ ਨੂੰ ਰਨ ਕੀਤਾ ਜਾ ਰਿਹਾ, ਚਲਾਇਆ ਜਾ ਰਿਹਾ। ਤੇ ਇਸੇ ਸਬੰਧ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਾਂਗਰਸ ਦੇ ਜਿਹੜੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਉਹਨਾਂ ਨੇ ਆਪਣੇ ਜਿਹੜੇ ਪਾਰਲੀਮਾਨੀ ਦਲ ਹੈ ਕਾਂਗਰਸ ਦਾ, ਲੋਕ ਸਭਾ ਦਾ, ਉਹਨਾਂ ਵੱਲੋਂ ਇੱਕ ਚਿੱਠੀ ਲਿਖੀ ਹੈ ਪ੍ਰਾਈਮ ਮਿਨਿਸਟਰ ਨੂੰ। ਉਹਦੇ ਵਿੱਚ ਉਹਨਾਂ ਨੇ ਲੋਕ ਹਿੱਤਾਂ ਨਾਲ ਸੰਬੰਧਿਤ ਜਿਹੜੇ 9 ਮੁੱਦੇ ਹੈਗੇ, ਕੌਮੀ ਮੁੱਦੇ ਇਸ ਵੇਲੇ ਭਖਦੇ, ਉਹਨਾਂ ਦਾ ਜ਼ਿਕਰ ਕੀਤਾ ਹੈ। ਚਾਹੇ ਉਹ ਬੇਰੁਜ਼ਗਾਰੀ ਹੈ, ਚਾਹੇ ਉਹ ਮਹਿੰਗਾਈ ਹੈ, ਚਾਹੇ ਉਹ ਅਡਾਨੀ ਦਾ ਮੁੱਦਾ ਹੈ, ਚਾਹੇ ਕਿਸਾਨਾਂ ਦੇ MSP ਦਾ ਮਾਮਲਾ ਹੈਗਾ, ਚਾਹੇ ਜਿਹੜਾ ਮਣੀਪੁਰ ਦਾ ਮਾਮਲਾ, ਉਹ ਸਾਰਿਆਂ ਦਾ ਉਹਨਾਂ ਜ਼ਿਕਰ ਕੀਤਾ ਹੈ ਕਿ ਇਹ ਜਿਹੜੇ ਹੈ ਪਾਰਲੀਮੈਂਟ 'ਚ ਅਸੀਂ ਉਠਾਉਣਾ ਚਾਹੁੰਦੇ ਹਾਂ ਕਿ ਤੁਸੀਂ ਜਿਹੜਾ ਸੈਸ਼ਨ ਸੱਦਿਆ ਉਹਦੇ ਵਿੱਚ ਸਾਨੂੰ ਤੁਸੀਂ ਭਰੋਸੇ ਵਿੱਚ ਨਹੀਂ ਲਿਆ, ਸਾਨੂੰ ਦੱਸਿਆ ਤੱਕ ਨਹੀਂ, ਉਹਦਾ ਏਜੰਡਾ ਕੀ ਹੈ ਸਾਨੂੰ ਦੱਸਿਆ ਜਾਵੇ। ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਜੰਡੂ ਸਾਹਿਬ ਐਂ ਲੱਗਦਾ ਕਿ ਸਿਰਫ ਰਾਜਨੀਤਿਕ ਸਰਕਲ ਹੈ ਜਿਹੜੇ ਨਾ ਦੇਸ਼ ਦੇ, ਉਹੀ ਨਹੀਂ, ਆਮ ਲੋਕ ਵੀ ਜਿਹੜੇ ਚੇਤਨ ਲੋਕ ਹੈਗੇ ਆ, ਉਹਨਾਂ ਕਿ ਦੇਸ਼ 'ਚ ਹੋ ਕੀ ਰਿਹਾ, ਉਹ ਪਾਰਲੀਮੈਂਟ ਦੀ ਜਿਹੜੀ ਹੈ ਨਾ ਉਹ ਮਰਿਆਦਾ ਕੀ ਹੁੰਦੀ, ਜਾਂ ਪਾਰਲੀਮੈਂਟ ਆਪਣੇ ਆਪ ਵਿੱਚ ਹੀ ਕੀ ਹੁੰਦੀ ਆ, ਇਹਦਾ ਹੀ ਨਹੀਂ ਉਹਦੇ ਕੋਲ ਜਿਹੜਾ ਕਿ ਰਾਜ ਕਰਨ ਵਾਲੀ ਪਾਰਟੀ ਹੈ BJP, ਐਂ ਲੱਗਦਾ ਹੈ ਕਿ ਉਹ ਇਹ ਸਮਝ ਕੇ ਪਾਰਲੀਮੈਂਟ ਕਹਿ ਕੇ ਸੈਸ਼ਨ ਬੁਲਾ ਲਿਆ ਹੋਇਆ, ਜਿੱਦਾਂ ਉਹਨਾਂ ਨੇ ਆਪਣੀ ਸੰਸਦੀ ਕਮੇਟੀ ਦੀ ਮੀਟਿੰਗ ਬੁਲਾਉਣੀ ਹੁੰਦੀ ਹੈ, ਪਾਰਟੀ ਦੇ ਸੰਸਦਾਂ ਦੀ ਮੀਟਿੰਗ ਬੁਲਾਉਣੀ ਹੁੰਦੀ ਕਿ ਲਾ ਦਿਓ ਜੀ ਸੁਨੇਹੇ ਆ ਜਾਣ ਫਲਾਣੀ ਡੇਟ ਨੂੰ। ਔਰ ਇਹ ਇੱਕ ਕਨਸਟੀਟਿਊਸ਼ਨਲ ਜਿਹੜੀ ਹੈ ਨਾ ਬਹੁਤ ਵੱਡੀ ਵਾਇਲੇਸ਼ਨ ਹੈਗੀ ਆ
ਕਮੇਟੀਆਂ ਦੀ ਧਿਰਾਂ ਦੀ ਵਿਰੋਧੀ ਪਾਰਟੀਆਂ ਦੀ ਜਿਹੜੀ ਨਾ ਸਰਪਾਰਟੀ ਮੀਟਿੰਗ ਕਰਕੇ ਉਹਨਾਂ ਦੇ ਨਾਲ ਸਲਾਹ ਕਰਨੀ, ਇਹ ਤਾਂ ਆਪਣੇ ਆਪ 'ਚ ਵੱਖਰੀ ਗੱਲ ਹੈਗੀ ਆ। ਪਾਰਲੀਮੈਂਟ ਇੱਕ ਐਸਾ ਹਾਊਸ ਆ, ਕਿਸੇ ਵੀ ਡਿਪਾਰਟਮੈਂਟ, ਕਿਸੇ ਵੀ ਮਿਨਿਸਟਰੀ ਦੇ ਨਾਲ ਸੰਬੰਧਿਤ ਉਹ ਉੱਠ ਸਕਦਾ ਆ। ਔਰ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਆਪਣੀ ਜਿਹੜੀ ਕੈਬਨਿਟ ਹੈਗੀ ਆ ਜਾਂ ਮੰਤਰਾਲੇ ਹੈਗੇ ਆ, ਉਹਨਾਂ ਦੇ ਨਾਲ ਵੀ ਕੋਈ ਸਲਾਹ ਮਸ਼ਵਰਾ ਨਹੀਂ। ਉਹਨਾਂ ਨੂੰ ਵੀ ਨਹੀਂ ਪਤਾ ਕਿ ਪਾਰਲੀਮੈਂਟ ਦੇ ਵਿੱਚ ਜੇ ਉਹਨਾਂ ਦੇ ਬਾਰੇ ਦੇ ਵਿੱਚ ਕੋਈ ਨਾ ਕੋਈ ਗੱਲ ਆ ਗਈ ਤੇ ਫਿਰ ਉਹ ਤਿਆਰ ਰਹਿਣ, ਹਨਾ। ਔਰ ਇਹ ਸਾਰੀ ਤਿਆਰੀ ਕਰਨੀ ਹੁੰਦੀ ਆ ਪਾਰਲੀਮੈਂਟ ਦੇ ਇਸ ਸੈਸ਼ਨ ਤੋਂ ਪਹਿਲਾਂ। ਉਹ ਸਾਰਾ ਹੀ ਜਿਹੜਾ ਨਾ ਭੁਲਾ ਦਿੱਤਾ ਗਿਆ। ਭੁਲਾ ਕੀ ਦਿੱਤਾ ਗਿਆ, ਉਹ ਇਸ ਗੱਲ ਦਾ ਨਤੀਜਾ ਆ, ਬੜਾ ਸਾਫ਼ ਨਜ਼ਰ ਆਉਂਦਾ ਕਿ ਬੀਜੇਪੀ ਤੇ ਮੋਦੀ ਸਰਕਾਰ ਹੈ ਜਿਹੜੀ ਨਾ ਬਹੁਤ ਘਬਰਾਈ ਹੋਈ ਆ। ਘਬਰਾਏ ਇੰਨੀ ਗਈ ਹੋਈ ਆ ਕਿ ਰੋਜ਼ ਕੋਈ ਨਾ ਕੋਈ ਜਿਹੜਾ ਨਾ ਉਹ ਮਾਰ ਪੈਂਦੀ ਆ। ਔਰ ਉਹਦੇ ਨਾਲ ਉਹ ਜਿੱਦਾਂ ਨਾ ਆਪਣਾ ਜਿਹੜਾ ਨਾ ਕੌਨਸ਼ੀਅਸਨੈਸ ਹੈਗੀ ਆ ਜਿਹੜੀ ਨਾ, ਉਹ 'ਚ ਉਹਨਾਂ ਦੇ ਬੈਠ ਗਿਆ ਕਿ ਬਈ ਬੜਾ ਭਾਰੀ ਖਤਰਾ ਉਹਨਾਂ ਦੇ। ਤੇ ਉਹ ਘਬਰਾਹਟ ਦੇ ਵਿੱਚ ਪਤਾ ਨਹੀਂ ਬਿਨਾਂ ਸੋਚੇ ਸਮਝੇ ਕੁਛ ਲਏ ਜਾਣ ਵਾਲੇ ਕਦਮਾਂ ਦੇ ਵਿੱਚੋਂ ਨਾ ਇੱਕ ਉੱਦਾਂ ਦਾ ਕਦਮ ਇਹ ਵੀ ਲੱਗਦਾ ਆ। ਹੁਣ ਹੋਇਆ ਕੀ, ਲੱਗਦਾ ਇਹ ਸੀਗਾ ਕਿ ਜਿਹੜੀ ਜਿੱਦਾਂ ਹੁਣ ਕਾਂਗਰਸ ਪਾਰਟੀ ਨੇ ਆਪਣੀ ਮੀਟਿੰਗ ਬੁਲਾਈ, ਉਹ ਤੋਂ ਬਾਅਦ ਇੰਡੀਆ ਦੇ ਜਿਹੜੇ ਸਾਂਸਦ ਸੀਗੇ ਉਹਨਾਂ ਦੀ ਮੀਟਿੰਗ ਹੋਈ। ਔਰ ਉਹਨਾਂ ਨੇ ਇਹ ਲੱਗਦਾ ਸੀ ਵੀ ਉੱਥੇ ਜਾ ਕੇ ਕੀ ਕਰਨਾ ਜਦੋਂ ਏਜੰਡਾ ਹੀ ਕੋਈ ਨਹੀਂ ਹੈ। ਲੇਕਿਨ ਉਹਨਾਂ ਨੇ ਬੜਾ ਸਿਆਣਪ ਦੇ ਨਾਲ, ਜਾਣੀ ਇੱਕ ਹੋਰ ਵੱਡਾ ਸਕੋਰ ਉਹਨਾਂ ਨੇ ਇਹ ਕੀਤਾ ਆ ਕਿ ਉਹਨਾਂ ਨੂੰ ਤਾਂ ਨਹੀਂ ਪਤਾ ਕਿ ਅਸੀਂ ਉੱਥੇ ਉਹਨਾਂ ਨੇ ਕੀ ਕਰਨਾ ਹੈ, ਨਾ ਉਹ ਦੱਸ ਰਹੇ ਆ। ਲੇਕਿਨ ਸਾਨੂੰ ਇਹ 5 ਦਿਨ ਦਾ ਜਿਹੜਾ ਸੈਸ਼ਨ ਆ, ਉਹਦਾ ਜਿਹੜਾ ਟਾਈਮਿੰਗ ਹੈਗੀ ਆ, ਜਿੱਦਾਂ ਪ੍ਰੈਸ ਨੂੰ, ਦੁਨੀਆ ਭਰ ਦੀ ਪ੍ਰੈਸ ਨੂੰ ਉਹ ਦੇਣਾ ਪੈਣਾ ਆ, ਉਹਨੂੰ ਯੂਟੀਲਾਈਜ਼ ਕਰਨਾ ਚਾਹੀਦਾ। ਔਰ ਉਹਨਾਂ ਨੇ ਬੜਾ ਪਲਾਨ ਕਰਕੇ ਸੋਨੀਆ ਗਾਂਧੀ ਦੇ ਨਾਂ ਦੇ ਉੱਤੇ ਲੈਟਰ ਕੱਢਿਆ। ਉਹ ਅਸਲ ਵਿੱਚ ਇੰਡੀਆ ਦਾ ਲੈਟਰ ਹੀ ਆ। ਸੋਨੀਆ ਗਾਂਧੀ ਨੇ ਐਡਰੈਸ ਤਾਂ ਕਿਸੇ ਇੱਕ ਨਹੀਂ ਕਰਨਾ, ਕੋਈ ਬੜਾ ਵਾਈਸ ਫੈਸਲਾ ਕਰਦਾ। ਔਰ ਉਹਦੇ 'ਚ ਇੰਪ੍ਰੈਸ਼ਨ ਕੀ ਦਿੱਤਾ ਹੈ? ਇੰਪ੍ਰੈਸ਼ਨ ਇਹ ਦਿੱਤਾ ਵੀ ਤੁਹਾਡੇ ਕੋਲ ਤਾਂ ਕੋਈ ਏਜੰਡਾ ਹੈ ਨਹੀਂ, ਏਜੰਡਾ ਅਸੀਂ ਲੈ ਕੇ ਆਉਂਦੇ ਹਾਂ। 9 ਪੁਆਇੰਟ ਲਿਖ ਕੇ ਲੈਟਰ ਕੱਢ ਦਿੱਤਾ ਕਿ ਤੁਹਾਡੇ ਕੋਲ ਕੋਈ ਏਜੰਡਾ ਨਹੀਂ ਹੈ, ਸਾਡੇ ਕੋਲ ਏਜੰਡਾ ਹੈਗਾ, ਇਹਨਾਂ ਉੱਤੇ ਗੱਲ ਕਰਾਂਗੇ ਪਾਰਲੀਮੈਂਟ ਦੇ ਅੰਦਰ। ਜੇ ਉਂਝ ਵੀ ਮੈਨੂੰ ਨਹੀਂ ਪਤਾ ਦਾ ਕੋਈ ਵੀ ਲੀਡਰ ਜਾਂ ਆਪੋਜੀਸ਼ਨ ਆਪ ਕੀ ਉੱਥੇ ਆਪਣਾ ਪੈਰਲਲ ਏਜੰਡਾ ਲਿਜਾ ਕੇ ਰੱਖ ਸਕਦੇ ਆ। ਜੇ ਉਹ ਰੱਖ ਸਕਦੇ ਆ ਤਾਂ ਉਹਨਾਂ ਦਾ ਬੜਾ ਹੀ ਸਟੈਪ ਹੋਊਗਾ ਕਿ ਆਹ 9 ਪੁਆਇੰਟ ਹੈਗੇ ਆ, ਇਹਨਾਂ ਤੇ ਡਿਸਕਸ ਕਰਾਂਗੇ, ਤੁਸੀਂ ਸਾਨੂੰ ਕੋਈ ਏਜੰਡਾ ਨਹੀਂ ਦਿੱਤਾ। ਔਰ ਉਹ ਫਿਰ ਉਹ ਸਾਰੀਆਂ ਹੀ ਚੀਜ਼ਾਂ ਉਹਦੇ ਵਿੱਚ ਹੈਗੀਆਂ 9 ਦੇ 9 ਹੀ। ਤੁਸੀਂ ਵੀ ਧਿਆਨ ਨਾਲ ਪੜ੍ਹਿਆ ਹੋਣਾ ਕਿ ਉਹ ਜਿਨ੍ਹਾਂ ਦਾ ਇਲੈਕਸ਼ਨ 'ਚ ਵੀ ਉਹਨਾਂ ਨੂੰ ਜਵਾਬ ਦੇਣਾ ਪੈਣਾ ਤੇ ਨੇਸ਼ਨ ਨੂੰ ਵੀ ਜਵਾਬ ਦੇਣੇ ਪੈਣੇ ਆ, ਜਿਨ੍ਹਾਂ 'ਚ ਉਹ ਸਾਰੇ ਪੁਆਇੰਟ ਹੈਗੇ ਆ ਜਿਨ੍ਹਾਂ ਦੇ ਉੱਤੇ ਅਸਲ 'ਚ ਵਿਚਾਰ ਵਟਾਂਦਰਾ ਹੋਣਾ ਜਾਂ ਖੁੱਲ੍ਹ ਕੇ ਦੇਸ਼ ਵੀ ਕਰ ਰਿਹਾ ਤੇ ਉਹ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਨਾ ਉਹ ਹੋਣਾ ਚਾਹੀਦਾ ਹੈ। ਸੋ ਇਸ ਕਰਕੇ ਉਹ ਇੱਕਦਮ ਜਾਣੀ ਆਰਗੇਨਾਈਜ਼ਡ ਨੇ। ਜਿਹੜਾ ਇੰਡੀਆ ਹੈ, ਇੰਡੀਆ ਅਲਾਇੰਸ ਆ, ਉਹ ਐਂ ਲੱਗਦਾ ਕਿ ਉਹ ਆਰਗੇਨਾਈਜ਼ਡ ਆ, ਇਹ ਡਿਸਆਰਗੇਨਾਈਜ਼ਡ ਹੈਗੇ ਆ। ਭਾਵੇਂ ਵੱਡੇ ਆ ਤੇ ਭਾਵੇਂ ਇਹਨਾਂ ਦੀ ਜਿੰਨੀ ਮਰਜ਼ੀ ਵੱਡੀ ਗਿਣਤੀ ਹੈਗੀ ਆ ਪਾਰਲੀਮੈਂਟ ਦੇ ਅੰਦਰ। ਸੋ ਇਸ ਕਰਕੇ ਇਹ ਗੱਲ ਇਹ ਲੱਗਦੀ ਆ ਕਿ ਜਿੱਦਾਂ ਇੱਕ ਗੱਲ ਕਰਕੇ ਫੇਰ ਫਸ ਗਏ, ਉਹਦੇ ਚੋਂ ਨਿਕਲਣ ਦੇ ਲਈ ਜਿਹੜਾ ਦੂਜਾ ਸਟੈਪ ਫਸਿਆ ਉਹ ਹੋਰ ਫਸ ਗਏ। ਏਦਾਂ ਅੱਗੋਂ ਤੋਂ ਅੱਗੋਂ ਮੋਦੀ ਸਰਕਾਰ ਹੈ ਜਿਹੜੀ, ਉਹ ਆਪਣੇ ਹੀ ਉਣੇ ਹੋਏ ਜਾਲ ਦੇ ਜਿਹੜੀ ਫਸਦੀ ਜਾ ਰਹੀ ਆ। ਇਹਦਾ ਬੜਾ ਜਿਹੜਾ ਉਹਨਾਂ ਨੂੰ ਬਹੁਤ ਨੁਕਸਾਨ ਹੋ ਸਕਦਾ ਆ। ਹੁਣ ਜਿਹੜੀਆਂ ਹੋਰ ਇੱਕ ਦੋ ਚੀਜ਼ਾਂ ਵਿੱਚ ਕਰ ਦਿੱਤੀਆਂ, ਇਹ ਘਬਰਾਹਟ ਦੇ ਵਿੱਚ ਲੈਟਰ ਕੱਢ ਵੀ ਦਿੱਤੀ ਕਿ ਜੀ ਪ੍ਰੈਜ਼ੀਡੈਂਟ ਆਫ ਭਾਰਤ, ਉਹ ਕੱਢ ਦਿੱਤੀ ਹੈਗੀ ਆ। ਇਹ ਹੋ ਸਕਦਾ ਵੈਸੇ ਉੱਥੋਂ ਜਦੋਂ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਕਿ ਸਿੱਧੂ ਸਾਹਿਬ ਨੇ ਇੱਕ ਸਵਾਲ ਖੜਾ ਕੀਤਾ ਸੀਗਾ ਕਿ ਇਹਦੇ ਲਈ ਸੰਵਿਧਾਨ 'ਚ ਸੋਧ ਕਰਨੀ ਪਏਗੀ ਫੇਰ ਹੋ ਸਕਦਾ। ਪਰ ਜਿਸ ਤਰ੍ਹਾਂ ਸਿੱਧੂ ਸਾਹਿਬ ਚਾਨਾ ਜੀ ਨੇ ਸਵਾਲ ਰੇਜ਼ ਕੀਤਾ ਹੈ ਕਿ ਕੀ ਇਹ ਹੋ ਸਕਦਾ ਕਿ ਸੋਧ ਤੋਂ ਪਹਿਲਾਂ, ਕਾਨੂੰਨ ਬਣਾਉਣ ਤੋਂ ਪਹਿਲਾਂ ਇਹ ਸਾਰਾ ਕੁਝ ਜਿਸ ਤਰ੍ਹਾਂ ਉਹਨਾਂ ਨੇ ਕਰ ਦਿੱਤਾ, ਰਾਸ਼ਟਰਪਤੀ ਦਾ ਜਿਹੜਾ ਲੈਟਰ ਹੈ ਇਨਵੀਟੇਸ਼ਨ ਦਾ, ਉਹਦੇ ਤੇ ਲਿਖਿਆ ਗਿਆ, ਪ੍ਰਾਈਮ ਮਿਨਿਸਟਰ ਦਾ ਜਿਹੜਾ ਇੱਕ ਕਾਰਡ ਛਪਿਆ ਉਹਦੇ ਤੇ ਲਿਖਿਆ ਗਿਆ ਕਿ ਲਿਖਿਆ ਜਾ ਸਕਦਾ ਜਾਂ ਇਹ ਵੀ ਗੈਰ ਸੰਵਿਧਾਨਕ ਹੋਏਗਾ? ਦੇਖੋ, ਇਹ ਆਪਸ਼ਨ ਤਾਂ ਚਾਣਾ ਜੀ ਨੇ ਗੱਲ ਠੀਕ ਕੀਤੀ ਹੈ। ਇਹ ਆਪਸ਼ਨ ਤਾਂ ਹੈਗੀ ਹੈ, ਆਪਸ਼ਨ ਹੈਗੀ ਸਾਰੇ ਇਹ ਇਨਵੀਟੇਸ਼ਨ ਐਰਾ ਵਗੈਰਾ ਉਪਚਾਰਕ ਗੱਲਾਂ ਕਰਨ ਦੀ। ਜੇ ਫਰਜ਼ ਕੀਤਾ ਤੁਸੀਂ ਵੱਡੇ ਡਾਕੂਮੈਂਟ ਛਾਪ ਕੇ ਬਾਹਰ ਜਦੋਂ ਕੀ ਭੇਜਦੇ ਹੋ, ਇੰਡੀਆ ਭਾਰਤ ਲੈਵਲ ਤੇ ਭੇਜਦੇ ਹੋ ਕਿ ਇੰਡੀਆ ਭੇਜਦੇ ਹੋ? ਕਿਉਂ ਹੁਣ ਤੱਕ ਸਾਰਾ ਜਿੰਨਾ ਕੋਰਸਪੋਂਡੈਂਸ ਜਾਂ ਜਿੰਨਾ ਫਾਰਨ ਅਫੇਅਰਸ ਦਾ ਕੰਮ ਹੈ ਦੁਨੀਆ ਨਾਲ ਸਾਰੀ, ਉਹ ਇੰਡੀਆ ਦੇ ਲੈਵਲ ਤੇ ਹੋ ਰਿਹਾ।
ਹੁਣ ਉਹ ਇੰਡੀਆ ਨੂੰ ਬਿਲਕੁਲ ਵੀ ਜਦੋਂ ਅਮਿਟ ਕਰਕੇ ਕੱਲਾ ਭਾਰਤ ਕਰੋਗੇ ਫਿਰ ਸਵਾਲ ਉੱਠਣਗੇ ਵੀ ਤੁਸੀਂ ਹੁਣ ਇਹਦਾ ਮਤਲਬ ਨਾਂ ਚੇਂਜ ਕਰਤਾ। ਹੁਣ ਇਹਦੇ 'ਚ ਨਾਂ ਚੇਂਜ ਨਹੀਂ ਹਜੇ ਤੱਕ ਹੋਇਆ, ਠੀਕ ਹੈ ਇਹ ਆਪਸ਼ਨ ਹੈਗੀ, ਤੁਸੀਂ ਆਪਸ਼ਨ ਯੂਜ਼ ਕਰ ਲਈ ਹੈ ਹਜੇ ਤੱਕ। ਇਸ ਕਰਕੇ ਪਾਰਲੀਮੈਂਟ ਵਿੱਚ ਨਾਂ ਚੇਂਜ ਕਰੋਗੇ ਜੇ ਤੁਸੀਂ ਕਰਨਾ ਪਊ ਆਫੀਸ਼ੀਅਲੀ। ਹਾਂਜੀ ਚਾਨਾ ਜੀ ਤੁਸੀਂ ਕਹਿ ਰਹੇ ਕੁਝ? ਨਹੀਂ, ਇਹਦੇ ਵਿੱਚ ਨਾ ਪੇਚ ਇਹ ਆ ਕਿ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਹੋ ਸਕਦੀ ਆ ਕਿ ਨਹੀਂ, ਕਿੱਦਾਂ ਹੋਊਗੀ, ਹਨਾ। ਇਹ ਇੱਕ ਆਪਣੇ ਆਪ 'ਚ ਮਸਲਾ। ਪਰ ਚਾਨਾ ਜੀ ਇੱਕ ਗੱਲ ਤਾਂ ਹੈਗੀ ਹੈ, ਹੋਇਆ ਨਹੀਂ ਚਾਨਾ ਇੱਕ ਗੱਲ ਤਾਂ ਹੈਗੀ ਹੈ ਕਿ ਸੰਵਿਧਾਨ 'ਚ ਤਾਂ ਇਹ ਗੱਲ ਲਿਖੀ ਹੋਈ ਹੈ ਨਾ, ਇੰਡੀਆ ਦੈਟ ਇਜ਼ ਭਾਰਤ, ਇਹਦਾ ਮਤਲਬ ਇੰਡੀਆ ਵੀ ਲਿਖਿਆ ਜਾ ਸਕਦਾ। ਮੇਰਾ ਪੁਆਇੰਟ ਹੋ ਰਿਹਾ ਕਿ ਇਹ ਤਾਂ ਹੋ ਗਿਆ ਪ੍ਰੋਸੀਜਰ ਕਿ ਵੀ, ਪਰ ਉਹ ਅਮੈਂਡਮੈਂਟ ਤਾਂ ਹੋਈ ਨਹੀਂ ਹੈ, ਲੈਟਰ ਪਹਿਲਾਂ ਕੱਢ ਦਿੱਤਾ ਗਿਆ ਹਨਾ, ਔਰ ਇੰਪਲੀਮੈਂਟੇਸ਼ਨ ਉਹਦੇ ਤੇ ਹੋ ਗਈ। ਇੰਡੀਆ ਦੈਟ ਇਜ਼ ਭਾਰਤ, ਜੇ ਉਹ ਇੰਡੀਆ ਹੀ ਵਰਤਣ ਦੇ ਲਈ ਕਨਸਟੀਟਿਊਸ਼ਨ ਦੇ ਵਿੱਚ ਗਿਆ, ਕਿਉਂਕਿ ਜਦੋਂ ਇਹ ਫਾਰਮੂਲੇਸ਼ਨ ਬਣਾਈ ਗਈ ਹੈ ਨਾ ਜੀ, ਉਹਨਾਂ ਦਿਨਾਂ ਦੀਆਂ ਤੁਸੀਂ ਪਾਰਲੀਮੈਂਟ ਦੀਆਂ ਜਾਂ ਕੰਸਟੀਚਿਊਐਂਟ ਅਸੈਂਬਲੀ ਦੀਆਂ ਡਿਬੇਟਸ ਹੈ ਜਿਹੜੀਆਂ, ਉਹਨਾਂ 'ਚ ਉਹਦੀ ਜਾਓਗੇ ਤਾਂ ਪਤਾ ਲੱਗਾ ਕਿ ਵੀ ਉਹ ਇੱਕ ਕਾਫੀ ਸਮਾਂ ਲਾਇਆ ਗਿਆ ਉਸ ਟਾਈਮ ਦੇ ਜਿਹੜੇ ਨਾ ਸਾਡੀ ਕੰਸਟੀਚਿਊਸ਼ਨ ਅਸੈਂਬਲੀ ਨੇ ਔਰ ਵਿਦਵਾਨਾਂ ਨੇ, ਔਰ ਬੜੇ ਉੱਚ ਪਾਏ ਦੇ ਸਾਰੇ ਉਸ ਸਮੇਂ ਦੇ ਫਰੀडम ਫਾਈਟਰ ਲੀਡਰ ਜਿਹੜੇ ਸੀ ਉੱਥੇ ਹੀ ਸੀਗੇ ਕਿ ਵੀ ਕੀ ਹੋਣਾ ਚਾਹੀਦਾ। ਬਹੁਤ ਸਾਰੀਆਂ, ਹਾਂ 4-5 ਦਿਨ 4 ਦਿਨ ਬਹਿਸ ਹੁੰਦੀ ਰਹੀ, ਔਰ ਉਹ ਤੋਂ ਬਾਅਦ ਹੈ ਕੀ ਫਾਈਨਲ ਕੀ ਕੀਤਾ ਗਿਆ, ਇੰਡੀਆ ਦੈਟ ਇਜ਼ ਭਾਰਤ। ਇਹ ਨਹੀਂ ਲਿਖਿਆ ਗਿਆ ਕਿ ਭਾਰਤ ਦੈਟ ਇਜ਼ ਇੰਡੀਆ, ਹਨਾ। ਔਰ ਇਹਦਾ ਮਤਲਬ ਕਿ ਇੰਡੀਆ ਨੂੰ ਇਸਤੇਮਾਲ ਕਰਾਂਗੇ। ਹੁਣ ਜਦੋਂ ਅਸੀਂ ਜਗਤ ਗੁਰੂ, ਅਸੀਂ ਦੁਨੀਆ 'ਚ ਛਾ ਜਾਣਾ ਇਕੋਨਮੀ, ਤਾਂ ਇਹ ਖੁਦ ਬਾਹਰ ਵੀ ਇੱਥੇ ਵੀ ਮੋਦੀ ਸਾਹਿਬ ਪ੍ਰਚਾਰ ਕਰਦੇ ਰਹੇ ਕਿ ਮੇਕ ਇਨ ਇੰਡੀਆ ਹੋਏਗਾ। ਜਿਹੜੀਆਂ ਚੀਜ਼ਾਂ ਹੁਣ ਸਾਡੇ ਕੋਲ ਬਾਹਰੋਂ ਆਉਂਦੀਆਂ ਉਹਨਾਂ ਤੇ ਮੇਕ ਇਨ ਇੰਡੀਆ ਲਿਖਿਆ ਹੋਏਗਾ। ਇਹ ਹੁਣ ਇੱਕਦਮ ਜਿਹੜਾ ਨਾ ਇਹ ਇੱਕ ਅਲਰਜਿਕ ਐਟੀਟਿਊਡ ਹੈਗਾ ਆ, ਕਿਉਂਕਿ ਇੰਡੀਆ ਉਹਨਾਂ ਦੇ ਇਸ ਤਰ੍ਹਾਂ ਬਣ ਗਿਆ ਕਿ ਵੀ INDIA ਹੈ ਨਾ, ਉਹ ਇੰਡੀਆ ਬੋਲਣਾ ਇੰਡੀਆ ਸ਼ੁਰੂ ਕਰ ਦਿੱਤਾ। ਉਹ ਇੱਕ ਅਲਰਜਿਕ ਐਟੀਟਿਊਡ ਹੈ ਜਿਹੜਾ ਨਾ, ਉਹਦੇ 'ਚੋਂ ਇਹ ਸਾਰੀਆਂ ਗੱਲਾਂ ਨਿਕਲਦੀਆਂ, ਕਿਉਂਕਿ ਹੁਣ ਆਪੋਜੀਸ਼ਨ ਨੇ ਅਡਾਪਟ ਕਰ ਲਿਆ ਹੋਇਆ। ਪਰ ਉਹਨੂੰ ਇਹ ਦੱਸਣ ਵਾਲਾ ਕੋਈ ਨਹੀਂ ਸੀ ਇਹਨਾਂ ਨੂੰ ਕਿ ਉਹਨੇ ਤਾਂ ਇਹ ਵੀ ਆਪਣੀ ਯਾਤਰਾ ਦਾ ਨਾਂ ਹੀ ਭਾਰਤ ਜੋੜੋ ਯਾਤਰਾ ਲਿਖਿਆ ਹੋਇਆ ਹੈ ਨਾ, ਉੱਥੋਂ ਭਾਰਤ ਵੀ ਚੁੱਕਣਾ ਹੁਣ ਕੀ ਕਰਨਾ ਹੈ ਨਾ। ਇਸ ਕਰਕੇ ਇਹ ਇੱਕਦਮ ਹੀ ਜਿਹੜਾ ਨਾ ਉਹ ਗੱਲ ਹੈਗੀ ਆ। ਔਰ ਇਸ ਕਰਕੇ ਲੋਕ ਹੈ ਜਿਹੜੇ ਦੇਸ਼ ਦੇ ਇਸ ਗੱਲ ਤੋਂ ਜਾਣੀ ਪਹਿਲਾਂ ਸਟੈਪ ਲੈ ਲੈਣਾ ਬਿਨਾਂ ਸੋਚੇ ਸਮਝੇ ਕਿ ਬਹੁਤ ਇਹ ਮੇਰੀਆਂ ਪਾਲਿਸੀਜ਼ ਹੈਗੀਆਂ, ਬਾਅਦ 'ਚ ਜਦੋਂ ਲੱਗੇ ਕਿ ਸਿਰੇ ਨਹੀਂ ਲੱਗ ਰਹੀ ਤਾਂ ਫਿਰ ਇੱਕ ਮਾੜੀ ਜਿਹੀ ਗੱਲ ਕਹਿ ਕੇ ਤਾਂ ਮਾਫੀ ਮੰਗ ਲੈਣੀ ਹੈ ਤੇ ਵਾਪਸ ਲੈ ਲੈਣਾ ਹਨਾ। ਔਰ ਇਹ ਵੀ ਇੱਕ ਇਹਨਾਂ ਦੇ ਨਾ ਸਾਰੀਆਂ ਪਾਲਿਸੀਆਂ ਦਾ ਪਾਰਟ ਬਣਦਾ ਜਾਂਦਾ, ਜਿਹੜਾ ਏਦਾਂ ਹੀ ਹੋਇਆ ਸੀਗਾ ਕਿ ਲਓ ਜੀ ਮੇਰਾ ਤਾਂ ਕੋਈ ਨਾ ਕੋਈ ਤਪੱਸਿਆ 'ਚ ਉਹ ਰਹਿ ਗਈ ਆ। ਹੁਣ ਭਾਰਤ ਵਾਲੇ ਮਸਲੇ ਤੇ ਵੀ ਮੈਂ ਆਪ ਤਾਂ ਦੇਖਿਆ ਨਹੀਂ, ਪਤਾ ਲੱਗਿਆ ਹੈਗਾ, ਸੁਣਿਆ ਹੈਗਾ ਕਿ ਜਿਹੜੇ ਨਾ ਉਹ ਰਵੱਈਆ ਜਿਹੜਾ, ਸੋ ਇਸ ਕਰਕੇ ਇਹ ਬਿਨਾਂ ਸੋਚੇ ਸਮਝੇ ਜਿਹੜਾ ਕੁਝ ਕੀਤਾ ਜਾ ਰਿਹਾ, ਇਹ ਇਹਨਾਂ ਨੂੰ ਹੋਰ ਮਹਿੰਗਾ ਪੈ ਜਾਣਾ ਆ। ਜਿਹੜੀਆਂ ਹੋਰ ਪਾਲਿਸੀਜ਼ ਆ, ਜਿੱਦਾਂ ਹੁਣ ਮਾਇਆਵਤੀ ਜੀ ਨੇ ਵੀ ਝਿੜਕ ਦਿੱਤਾ ਇਹਨਾਂ ਨੂੰ ਮੈਨੂੰ ਕਿ ਵੀ ਇਹ ਜਿਹੜਾ ਤੁਸੀਂ ਕੰਸਟੀਟਿਊਸ਼ਨ ਦੇ ਨਾਲ ਖਿਲਵਾੜ ਕਰਨਾ ਚਾਹੋ, ਇਹ ਨਹੀਂ ਅਸੀਂ ਹੋਣ ਦੇਣਾ। ਜਾਂ ਉਹਨਾਂ ਨੇ ਕੋਈ ਇਸ ਤਰ੍ਹਾਂ ਬੜੇ ਗੁੱਸੇ ਕਰ ਰਹੇ ਹੋ ਤੁਸੀਂ, ਉਹਨਾਂ ਕਿਹਾ ਦਿੱਤਾ ਹੈਗਾ। ਬਾਕੀ ਸਿੱਧੂ ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ ਹੈਗਾ, ਤੁਹਾਨੂੰ ਕੀ ਲੱਗਦਾ ਹੈ ਕਿ ਨਰਿੰਦਰ ਮੋਦੀ ਜੋ ਕੁਛ ਜਿਸ ਤਰ੍ਹਾਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰਨਾ ਚਾਹੁੰਦੇ ਆ, ਤੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਮੂਹਕ ਚੇਤਨਾ ਜਿਹੜੀ ਹੈ ਉਹਨੇ ਜਿਸ ਤਰ੍ਹਾਂ ਪਹਿਲਾਂ ਵਿਹਾਰ ਕੀਤਾ ਸਾਡੇ ਦੇਸ਼ ਦੇ ਜਿੰਨੇ ਵੀ ਇਲੈਕਸ਼ਨ ਹੋਏ ਆ ਉਹਨਾਂ 'ਚ, ਤੁਹਾਨੂੰ ਕੀ ਲੱਗਦਾ ਹੈ ਉਹ ਇਹਨਾਂ ਗੱਲਾਂ 'ਚ ਆ ਜਾਏਗੀ, ਉਹਨਾਂ ਦਾ ਧਿਆਨ ਇਸ ਤਰ੍ਹਾਂ ਭਟਕਾਇਆ ਜਾ ਸਕੇਗਾ, ਜਾਂ ਅਸਲ ਮੁੱਦੇ ਜਿਹੜੇ ਆ ਉਹੀ ਉੱਭਰ ਕੇ ਸਾਹਮਣੇ ਆ ਜਾਣਗੇ ਤਾਂ ਇਹਨਾਂ ਨੂੰ ਮੂੰਹ ਦੀ ਖਾਣੀ ਪਏਗੀ? ਦੇਖੋ ਜੀ, ਇੱਕ ਸਮੂਹਕ ਚੇਤਨਤਾ ਨੂੰ ਅਸੀਂ ਜਦੋਂ ਰਿਪਰੈਜ਼ੈਂਟ ਕਰਦੇ ਹਾਂ ਤਾਂ ਵੋਟਿੰਗ ਪੈਟਰਨ ਇੰਨਾ ਜ਼ਿਆਦਾ ਹੋ ਗਿਆ, ਜਿਵੇਂ ਯੂਪੀ ਦਾ ਫਾਰ ਐਗਜ਼ਾਮਪਲ ਰਿਹਾ ਵੀ ਨੋਟਬੰਦੀ ਤੋਂ ਬਾਅਦ ਇੱਕੋ ਦਮ ਯੂਪੀ ਦੀ ਇਲੈਕਸ਼ਨ ਦੇ ਵਿੱਚ ਐਡੀ ਵੱਡੀ ਜਿੱਤ ਹੋ ਗਈ। ਨੋਟਬੰਦੀ 'ਚ ਵੀ ਮੂੰਹ ਦੀ ਖਾਣੀ ਪਈ, ਉੱਥੇ ਰੌਲੇ ਵੀ ਪੈਣ ਲੱਗ ਗਏ ਸੀ, ਫਿਰ ਵੀ ਉਹ ਬਹੁਤ ਵੱਡੀ ਜਿੱਤ ਹੋ ਗਈ ਸੀ। ਉਹਦੇ ਜਿਹੜੇ ਹੋਰ ਕਾਰਨ ਵੀ ਆ ਜਿਨ੍ਹਾਂ ਨੂੰ ਅਸੀਂ ਇਗਨੋਰ ਕਰੀ ਜਾਂਦੇ, ਉਹਦੇ ਵਿੱਚ ਜਿਹੜੀਆਂ ਇਹ ਮਸ਼ੀਨਾਂ ਜਿਹੜੀਆਂ ਵੋਟਾਂ ਵਾਲੀਆਂ EVM ਮਸ਼ੀਨਾਂ ਦਾ ਵੀ ਰੌਲਾ ਬਹੁਤ ਪੈਂਦਾ ਹੈ, ਜਿਹੜਾ ਹਜੇ ਤੱਕ ਉਠਾਇਆ ਨਹੀਂ ਗਿਆ, ਜਿਹਦੇ ਵਿੱਚ ਹਜੇ ਵੀ ਉਹ ਕੋਡ ਦੇਣ ਨੂੰ ਤਿਆਰ ਨਹੀਂ, ਮੈਨੂਫੈਕਚਰ ਕਿੱਥੋਂ ਹੋਇਆ ਇਹ ਦੱਸਣ ਨੂੰ ਤਿਆਰ ਨਹੀਂ ਇਲੈਕਸ਼ਨ ਕਮਿਸ਼ਨ। ਤੇ ਉਹਦੇ ਬਾਰੇ ਜਿਹੜੀ ਇੱਕ ਸੈਪਰੇਟ ਪਰਚੀ ਐਕਸਟਰਾ ਬਣੇਗੀ ਸਾਰੀ, ਉਹ ਨਹੀਂ ਬਣ ਰਹੀ। ਸਾਰਾ ਜਿਹੜੀ ਨਾਲ ਦੀ ਨਾਲ ਕਾਊਂਟਿੰਗ ਕਰੇਗੀ ਕਿਹੜੀ ਵੋਟ, ਉਹ ਇੱਕ ਸੈਪਰੇਟ ਹੋਏਗੀ ਸੀਕ੍ਰੇਟ,
ਉਹ ਵੀ ਨਹੀਂ ਹੋ ਰਹੀ। ਤੇ ਇਸ ਕਰਕੇ ਸਾਰਾ ਕੁਝ ਬੜਾ ਕਨਫਿਊਜ਼ਨ ਚ ਹੈ। ਇਹ ਮੈਨੂੰ ਇਹ ਹਜੇ ਵੀ ਡਰ ਲੱਗਦਾ ਵੀ ਇਹ ਸਮੂਹ ਚੇਤਨਤਾ ਦੇ ਨਾਂ ਉੱਤੇ ਅਸੀਂ ਨਾ ਗੱਲ ਛੱਡੀਏ। ਸਮੂਹਕ ਚੇਤਨਤਾ ਨਾਲੋਂ ਸਮੂਹਕ ਫਰਾਡ ਤੱਕ ਵੀ ਗੱਲ ਹੋ ਸਕਦੀ ਹੈ, ਵੀ ਫਰਾਡ ਹੀ ਇਸ ਕਿਸਮ ਦਾ ਸਮੂਹਕ ਹੋ ਜੇ, ਉਹ ਵੋਟਾਂ ਨੇ ਕਰ ਹੀ ਦੇਣਾ ਜੇ ਸਮੁੱਚੀਆਂ EVM ਮਸ਼ੀਨਾਂ ਦਾ ਕੋਈ ਰੌਲਾ। ਇਹ ਵੀ ਧਿਆਨ ਚ ਰੱਖਣ ਦੀ ਗੱਲ ਹੈ। ਮੈਨੂੰ ਤਾਂ ਸਭ ਤੋਂ ਬੜੀ ਹੈਰਾਨੀ ਹੁੰਦੀ ਹੈ ਆਪੋਜੀਸ਼ਨ ਪਾਰਟੀ ਨੇ ਇਹ ਕਿਉਂ ਨਹੀਂ ਚੁੱਕਿਆ ਅਜੇ ਤੱਕ ਜ਼ੋਰ ਸ਼ੋਰ ਨਾਲ ਵੀ EVM ਮਸ਼ੀਨਾਂ ਦਾ ਜ਼ਿਆਦਾ ਜਿਹੜੇ ਪ੍ਰਪੋਜ਼ਲਾਂ ਆ ਰਹੀਆਂ ਵੀ ਉਸ ਦੀ ਫੇਅਰਨੈਸ ਲਈ ਆਹ ਕਰੋ, ਉਹ ਕਰਨ ਇਲੈਕਸ਼ਨ ਕਮਿਸ਼ਨ, ਜਾਂ ਇਹਨਾਂ ਨੂੰ ਹਟਾ ਕੇ ਵੋਟ ਪਰਚੀ ਹੋ ਜੇ ਸਾਰੀ, ਜਿਹੜੀ ਕਿ ਦੁਨੀਆ ਦੇ 80-90 ਕੰਟਰੀਆਂ ਦੇ ਵਿੱਚ ਜਿੱਥੇ ਇਲੈਕਸ਼ਨ ਚ ਉਹਨਾਂ ਨੇ ਬੈਲਟ ਪੇਪਰ ਕਰ ਦਿੱਤੇ ਗਏ ਆ, ਪਰਚੀ ਸਿਸਟਮ ਕਰ ਦਿੱਤਾ ਗਿਆ, ਇਹਨੂੰ ਬੰਦ ਕਰਤਾ। ਇਹ ਇਸ ਕਰਕੇ ਮੁਲਕਾਂ ਨੂੰ ਕੋਈ ਸਮੱਸਿਆ ਨਹੀਂ ਪੈਂਦੀ, ਗਿਣ ਗੁਣ ਦਾ ਸਾਰਾ ਅਰੇਂਜਮੈਂਟ ਹੋ ਜਾਂਦਾ। ਤੇ ਇਸ ਕਰਕੇ ਅਸੀਂ ਸਮੂਹਕ ਚੇਤਨਤਾ ਦੇ ਉੱਤੇ ਨਾ ਛੱਡੀਏ। ਹੋਰ ਵੀ ਬੜੇ ਫੈਕਟਰ ਹੈ ਜਿਹੜੇ ਕਿ ਜਿਨ੍ਹਾਂ ਨੂੰ ਰਿਪਰੈਜ਼ੈਂਟ ਸਮੂਹਕ ਚੇਤਨਤਾ ਦੇ ਲੈਵਲ ਤੇ ਕਰ ਲਿਆ ਜਾਂਦਾ। ਇਹ ਠੀਕ ਹੈ, ਇੱਕ ਬਹੁਤ ਵੱਡਾ ਇੱਕ ਸੈਕਸ਼ਨ ਹੈ ਜਿਹੜਾ ਇਸ ਭੜਕਾਟ ਚ ਆ ਜਾਂਦਾ ਹੈ, ਜਾਂ ਜਿਹਦੇ ਲਈ ਕੋਈ ਗੱਲਬਾਤ ਹੀ ਨਹੀਂ, ਜੋ ਮੋਦੀ ਕਰੀ ਜਾਂਦਾ ਠੀਕ ਹੈ, ਜਾਂ ਜੋ BJP ਕਰੀ ਜਾਂਦੀ ਠੀਕ ਹੈ, ਜਾਂ RSS ਦਾ ਜੋ ਉਸ ਕਿਸਮ ਦਾ ਮੈਸੇਜ ਹੈ ਉਹਨਾਂ ਲਈ ਬੜਾ ਸਵੀਕਾਰ ਹੈ, ਤੇ ਰੱਬੀ ਬਾਣੀ ਹੈ, ਰੱਬੀ ਹੈ ਸਾਰਾ ਕੁਛ। ਪਰ ਇਹ ਨਹੀਂ ਹੈ ਵੀ ਇਹ ਇਲੈਕਸ਼ਨ ਦੇ ਵਿੱਚ ਇਹ ਗੱਲ ਇਉਂ ਦੀ ਇਉਂ ਤੁਰ ਜੇ, ਮੁਸ਼ਕਲ ਗੱਲ ਹੁੰਦੀ ਹੈ। ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਅਸੀਂ ਸਮੂਹ ਤੇ ਗੱਲ ਛੱਡ ਦੇਈਏ। ਹਾਂਜੀ, ਚਾਹਨਾ ਜੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ, ਔਰ ਨਾਲ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਅਸਲ ਮੁੱਦੇ ਆ ਉਹ ਕਿੰਨੇ ਕੁ ਭਾਰੂ ਰਹਿਣਗੇ, ਕਿ ਜਾਂ ਹਿੰਦੂਤਵ ਦੀ ਜਿਹੜੀ ਗੱਲ ਹੈ ਉਹ ਆਏਗੀ ਅੱਗੇ, ਜਾਂ ਜਿਸ ਢੰਗ ਨਾਲ ਹੁਣ ਵੀ ਪੇਸ਼ ਕੀਤਾ ਜਾ ਰਿਹਾ, ਜਿਸ ਤਰ੍ਹਾਂ ਦੀ ਪੋਲਰਾਈਜੇਸ਼ਨ ਕਰਨ ਦਾ ਯਤਨ ਹੋ ਰਿਹਾ ਹੈ, ਜਾਂ ਜੋ ਕੁਝ ਮਣੀਪੁਰ ਚ ਵਾਪਰਿਆ, ਨੂੰਹ ਚ ਵਾਪਰਿਆ, ਉਸ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਆਉਣ ਵਾਲੇ ਦ੍ਰਿਸ਼ ਨੂੰ? ਦੇਖੋ, ਇਨਸਾਨ ਦੇ ਉੱਤੇ ਜਿਹੜਾ ਲਾਸਟਿੰਗ ਇੰਪੈਕਟ ਆ ਨਾ, ਉਹ ਉਹਦੀ ਆਪਣੀ ਲਾਈਫ ਦਾ ਹੁੰਦਾ ਆ। ਸਮਾਜ ਦੇ ਵਿੱਚ ਵੀ ਇਦਾਂ ਹੀ ਹੁੰਦਾ ਆ, ਔਰ ਜਿੱਥੇ ਮਰਜੀ ਜਿੰਨਾ ਮਰਜੀ ਤੁਸੀਂ ਅੱਛੇ ਉਹ ਅਫੈਕਟ ਕਰਦੀ ਆ। ਔਰ ਹੁਣ ਇਹ ਜਿੰਨਾ ਮਰਜੀ ਭਾਵੇਂ ਪ੍ਰੈਸ, ਹੁਣ ਲੋਕ ਦੁੱਖ ਹੋ ਗਏ ਆ ਕਿ ਕੋਈ ਵੀ ਚੀਜ਼ ਹੈ ਜਿਹੜੀ ਉਹਨਾਂ ਨੂੰ ਸੁੱਖ ਦਾ ਸਾਹ ਦੇਣ ਵਾਲੀ ਨਹੀਂ। ਮਹਿੰਗਾਈ ਲੈ ਲਓ ਉਹ ਵੀ, ਬੇਰੁਜ਼ਗਾਰੀ ਲੈ ਲਓ ਉਹ ਵੀ, ਕਰਪਸ਼ਨ ਲੈ ਲਓ ਉਹ ਵੀ, ਜਬਰ ਲੈ ਲਓ ਉਹ ਵੀ, ਔਰਤਾਂ ਦਾ ਜਿਹੜਾ ਬੇਪਤੀ ਆ ਜਾਂ ਬਰਾਬਰ, ਯਾਨੀ ਕੁਛ ਵੀ ਲੋਕ ਇਹਦੇ ਵਿੱਚੋਂ ਦੀ ਨਿਕਲ ਰਹੇ ਆ। ਇਹ ਜਿਹੜੇ ਆ ਇਹ ਜਿੰਨਾ ਚਿਰ ਉਹ ਲੈਕਚਰ ਸੁਣੀ ਜਾਣਗੇ ਲੱਗੂਗਾ ਕਿ ਬੜਾ ਅੱਛਾ ਬੋਲ ਰਿਹਾ, ਜਦੋਂ ਘਰ ਪਹੁੰਚਣਗੇ ਰਾਹ 'ਚ ਹੀ ਲੈਕਚਰ ਰਹਿ ਜਾ ਕਰਨਾ ਆ। ਲੋਕਾਂ ਨੂੰ ਜਿਹੜੀ ਆਪਣੀ ਰਸੋਈ ਤੇ ਆਪਣਾ ਘਰ ਜਿਹੜਾ ਨਾ ਉਹ ਯਾਦ ਆਉਣਾ ਕਿ ਮੇਰਾ ਬਣ ਕੀ ਗਿਆ ਹੋਇਆ। ਇਸ ਕਰਕੇ ਜਿਹੜੇ ਉਹ ਮੁੱਦੇ ਆ ਨਾ ਜੀ, ਇਹ ਹੁਣ ਕੋਸ਼ਿਸ਼ ਕੀ ਕੀਤੀ ਜਾ ਰਹੀ ਆ ਕਿ ਨਵੇਂ ਤੋਂ ਨਵਾਂ ਸ਼ਗੂਫਾ ਛੱਡੋ, ਔਰ ਉਹਦੇ ਤੇ 2 ਦਿਨ ਨਿਕਲ ਜਾਣ ਤਾਂ ਵੀ ਠੀਕ ਆ, ਉਹਦੇ ਤੇ 4 ਦਿਨ ਡਿਸਕਸ਼ਨ 'ਚ ਨਿਕਲ ਜਾਣ ਤਾਂ ਵੀ ਠੀਕ ਆ। ਇਹਨਾਂ ਨੇ ਕੋਈ ਲਿਸਟ ਬਣਾਈ ਹੋਈ ਆ 50-60 ਮੁੱਦਿਆਂ ਦੀ, ਬਈ ਤਰਤੀਬਵਾਰ ਐ ਚੁੱਕੀ ਜਾਵਾਂਗੇ ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਨਵੇਂ ਤੋਂ ਨਵੇਂ ਇਸ਼ੂ ਦੇ ਵਿੱਚ, ਉਹ 2-4 ਦਿਨ, 5-5 ਦਿਨ, ਹਫ਼ਤਾ ਉਹਦੇ 'ਚ ਲੋਕ ਉਲਝੇ ਰਹਿਣ, ਉਧਰ ਉਸ ਪਾਸੇ ਵੱਲ ਖਿੱਚੇ ਰਹਿਣ। ਲੇਕਿਨ ਉਹਨਾਂ ਦੀ ਰੀਅਲ ਲਾਈਫ ਦੇ ਵਿੱਚ ਉਹਨਾਂ ਨੂੰ ਪੱਟ ਕੇ ਅਲੱਗ ਕਰ ਦੇਣਗੇ, ਇਹ ਨਹੀਂ ਹੋ ਸਕਣਾ। ਜਨਰਲ ਸਾਹਿਬ, ਜਿਹੜੇ ਨਾ ਅਸਲ ਮੁੱਦੇ ਆ ਉਹਨਾਂ ਨੇ ਸਰਫਸ ਤੇ ਆਉਣਾ ਹੀ ਆਉਣਾ ਆ, ਜਿਹੜੇ ਲੋਕਾਂ ਦੇ ਸਿੱਧੇ ਦੁੱਖ ਦਾ ਕਾਰਨ ਹੈਗੇ ਆ। ਉਹ ਤੋਂ ਇਲਾਵਾ ਵੀ ਉਹਨਾਂ ਦੇ ਦੁੱਖ ਦਾ ਇਹ ਕਿਉਂ ਹੋ ਰਹੇ ਆ, ਉਹਦੇ 'ਚ ਫਿਰ ਅਗਲੀਆਂ ਉਹਨਾਂ ਦੀਆਂ ਪਾਲਿਸੀਆਂ ਦੂਜੇ ਨੰਬਰ ਤੇ ਆਉਣਗੀਆਂ ਕਿ ਜੀ ਸਾਰਾ ਕੁਝ ਅਡਾਨੀ ਵਰਗੇ ਕਾਰਪੋਰੇਸ਼ਨਾਂ ਨੂੰ ਦਿੱਤਾ ਜਾ ਰਿਹਾ। ਜਿੱਦਾਂ ਦੀ ਡਿਸਪੈਰਿਟੀ ਖੜੀ ਹੋ ਗਈ ਆ, ਜਾਂ ਧਨ ਇੱਕ ਪਾਸੇ ਜਾ ਕੇ ਜਮ੍ਹਾਂ ਹੋ ਗਿਆ ਆ, ਲੋਕਾਂ ਦੀਆਂ ਜੇਬਾਂ 'ਚੋਂ ਨਿਕਲ ਕੇ ਬੜੀ ਤੇਜ਼ੀ ਦੇ ਨਾਲ ਜਾ ਰਿਹਾ ਆ, ਉਹ ਕਿੱਥੇ ਜਾ ਰਿਹਾ ਆ, ਉਹ ਸਰਫਸ ਤੇ ਨਾ ਆਵੇ, ਉਹਨੂੰ ਰੋਕਣ ਦੀ ਕੋਸ਼ਿਸ਼ ਹੈਗੀ ਆ। ਔਰ ਇਹ ਜਿਹੜਾ ਕਾਰਪੋਰੇਟ ਸੈਕਟਰ ਨੇ ਇਸ ਦੇ ਉੱਤੇ, ਇਕੋਨਮੀ ਦੇ ਉੱਤੇ, ਮੰਡੀ ਦੇ ਉੱਤੇ, ਮਾਰਕੀਟ ਦੇ ਉੱਤੇ ਕਬਜ਼ਾ ਕੀਤਾ ਹੋਇਆ ਤੇ ਲੋਕਾਂ ਨੂੰ ਕਰ ਦਿੱਤਾ ਹੋਇਆ ਆਰਥਿਕ ਤੌਰ ਤੇ ਅਪਾਹਜ। ਔਰ ਉਹ ਧਿਆਨ ਨੂੰ ਬਟਾਉਣ ਦੇ ਲਈ ਦੁਖੀਆਂ ਤਾਂ ਕੋਈ ਗੱਲ ਨਹੀਂ, ਦੁਖੀਆਂ ਪਰ ਅਸੀਂ ਇਹਨਾਂ ਕਰਕੇ ਦੁਖੀ ਆ, ਉਹ ਗੱਲ ਜਿਹੜੀ ਨਾ ਉਹ ਢੱਕਣ ਦੇ ਕੋਸ਼ਿਸ਼ ਕੀਤੀ ਜਾਵੇ ਫਿਰ, ਤਾਂ ਕਿ ਜਿਹੜਾ ਉਹ ਰਾਹੁਲ ਗਾਂਧੀ ਬਾਰ-ਬਾਰ ਇਹ ਨਾ ਕਿ ਬਈ ਇਹ ਕਿਉਂਕਿ ਇੱਕ ਬੰਦੇ ਦਾ ਢਿੱਡ ਭਰੀ ਜਾਂਦੇ ਆ, ਲੋਕਾਂ ਤੋਂ ਖਾ ਇੱਕ ਬੰਦੇ ਦਾ ਢਿੱਡ ਭਰੀ ਜਾਂਦੇ ਆ, ਜਾਂ 2-4 ਬੰਦਿਆਂ ਦਾ ਅਸੀਂ 2 ਸਾਡੇ 2 ਵਗੈਰਾ ਦੇ ਸਲੋਗਨ ਜਿਹੜੇ। ਸੋ ਉਹ ਜਿਹੜਾ ਰੀਜ਼ਨ ਆ ਨਾ, ਉਹ ਤਾਂ ਹੁਣ ਸਾਹਮਣੇ ਆਏਗਾ। ਲੋਕਾਂ ਨੂੰ ਆਪਣੇ ਦੁੱਖ ਚੋਂ ਖਾੜ ਕੇ ਹੁਣ ਕੱਲਾ ਮਾਨਸਿਕ ਐਕਸਪਲੋਇਟੇਸ਼ਨ ਨਹੀਂ ਕਰਕੇ ਸਰਨਾ,
ਹੁਣ ਜਦੋਂ ਇੰਡੀਆ ਨੇ ਜਦੋਂ ਕੋਈ ਆਪਣਾ ਪੈਰਲਲ ਪ੍ਰੋਗਰਾਮ ਪੇਸ਼ ਕੀਤਾ ਕਿ ਅਸੀਂ ਤੁਹਾਡੇ ਦੁੱਖਾਂ ਦਾ ਇਲਾਜ ਆ ਤਾਂ ਫਿਰ ਗੱਲ ਨਿਖਰਨੀ ਹੈਗੀ ਆ। ਜੋ ਵੀ ਇਹੀ ਕਰੀ ਜਾਣਗੇ, ਇੱਕ ਉਧਰ ਦੇਈ ਜਾਂਦੇ ਲੋਕਾਂ ਨੂੰ ਇਸ ਗੱਲ ਦੇ ਉਹਨਾਂ ਨੂੰ ਪੱਲੇ ਨਹੀਂ ਪੈਣਾ। ਪ੍ਰੋਗਰਾਮ ਜਿਹੜੀ ਸੋਨੀਆ ਗਾਂਧੀ ਨੇ ਚਿੱਠੀ ਲਿਖੀ ਆ ਉਹ ਵੀ ਤਾਂ ਪ੍ਰੋਗਰਾਮ ਦਾ ਆਧਾਰ ਹੋ ਹੀ ਸਕਦੀ ਹੈ। ਬਿਲਕੁਲ ਉਹੀ 9 ਜਿਹੜੀਆਂ ਉਹਨਾਂ ਨੇ ਪੁਆਇੰਟ ਬਣਾਏ ਹੋਏ ਨਾ, ਉਹਨਾਂ ਦੇ ਬੇਸ ਦੇ ਉੱਤੇ ਕੰਕਰੀਟ ਸਲੋਗਨ ਲਾਣਾ ਪੈਣਾ ਕਿ ਆਹ ਕਰੇ ਤੇ ਤੁਹਾਡੇ ਦੁੱਖਾਂ ਦਾ ਇਲਾਜ ਹੈ। ਉਹ ਕਿੱਥੇ ਆ? ਉਹ ਸਲੋਗਨ ਜਦੋਂ ਸਾਹਮਣੇ ਆਊਗਾ ਨਾ, ਉਦੋਂ ਫਿਰ ਇਹ ਸਾਰਾ ਕੁਝ ਜਿਹੜਾ ਨਾ, ਨਹੀਂ ਤਾਂ ਉਹਨਾਂ ਕੋਲ ਬਹੁਤ ਲੰਬੀ ਲਿਸਟ ਹੈਗੀ ਆ ਔਰ ਇੱਕ ਫਰਿੱਜ ਰੱਖੀ ਹੋਈ ਹੋਣੀ ਆ ਕਿ ਇਹ ਜਦੋਂ ਨਿਬੜ ਜਾਂਦਾ ਇਹਨੂੰ ਚੱਕ ਕੇ ਫਰਿੱਜ 'ਚ ਰੱਖ ਦਿਓ, ਨਵਾਂ ਕੱਢ ਲਓ, ਹਨਾ। ਹੁਣ ਇਹ ਆ ਕਿ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਨਾ ਇਸ਼ੂ ਆ, ਇਹਦਾ ਪਤਾ ਵੀ ਕੁਝ ਨਹੀਂ ਬਣਨਾ। ਉਹ ਸਿਰਫ ਇਸ ਕਰਕੇ ਆ, ਉਹ ਦਿਖਾਉਣ ਦੇ ਲਈ ਕਿ ਸਾਡੇ ਕੋਲ ਵੀ ਇੱਕ ਐਸਾ ਬਹੁਤ ਵੱਡਾ ਦਲਿਤ ਫੇਸ ਹੈਗਾ ਆ, ਹਨਾ। ਏਦਾਂ ਕਿਉਂਕਿ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਦੇ ਵਿੱਚ ਉਹਦੀ ਅਗਵਾਈ ਦੇ ਵਿੱਚ, ਔਰ ਲੋਕ ਬੜੇ ਹੈਰਾਨ ਆ ਕਿ ਜਿਹੜਾ ਸਾਰੇ ਦੇਸ਼ ਦਾ, ਸਾਰੀ ਨੇਸ਼ਨ ਦਾ ਮੁਖੀ ਰਹਿਣ ਤੋਂ ਬਾਅਦ ਫਿਰ ਉਹ ਇੱਕ ਪਾਰਟੀ ਦਾ ਪ੍ਰਤੀਨਿਧ ਬਣੇ। ਏਦਾਂ ਮਤਲਬ ਇਹ ਲੋਕਾਂ ਨੂੰ ਜੱਚੀ ਨਹੀਂ ਗੱਲ, ਹਨਾ, ਵੀ ਇੱਕ ਪਾਰਟੀ ਦਾ। ਉਹ ਜਦੋਂ ਇੱਕ ਵਾਰੀ ਉਹ ਨੇਸ਼ਨ ਦਾ ਸਾਰੇ ਦਾ ਹੋ ਗਿਆ, ਹਨਾ, ਉਦੋਂ ਪਿੱਛੋਂ ਨੇਸ਼ਨ ਦਾ ਰਾਸ਼ਟਰਪਤੀ। ਹਾਂ, ਮਰਿਆਦਾ ਇਹ ਆ ਵੀ ਉਦੋਂ ਪਿੱਛੋਂ ਬਣਦਾ ਨਹੀਂ ਹੁੰਦਾ ਵਾਈਸ ਪ੍ਰੈਜ਼ੀਡੈਂਟ, ਰਿਟਾਇਰਡ ਪ੍ਰੈਜ਼ੀਡੈਂਟ ਕਿਸੇ ਕਮੇਟੀ ਦਾ। ਹਾਂ ਬਣਦਾ ਨਹੀਂ। ਉਹ ਸਿਰਫ ਇਹ ਆ ਕਿ ਵੀ ਇੱਕ ਬਹੁਤ ਵੱਡਾ ਸੁਸਾਇਟੀ ਦਾ ਜਿਹੜਾ ਸੈਕਸ਼ਨ ਹੈ ਨਾ, ਉਹਨਾਂ ਨੂੰ ਇਹ ਦਿਖਾਉਣ ਦੇ ਲਈ ਕਿ ਇਹ ਸਾਡੀ ਇਹ ਜਿਹੜੀ ਕਮੇਟੀ ਬਣ ਰਹੀ ਹੈ ਉਹਦੇ ਮੁਖੀ ਕੌਣ ਆ, ਹਨਾ, ਕਿਹੜੇ ਭਾਈਚਾਰੇ ਨੂੰ ਬਿਲੋਂਗ ਕਰਦੇ ਆ। ਔਰ ਇਸ ਕਰਕੇ ਹੁਣ ਇਹ ਪੋਲਰਾਈਜੇਸ਼ਨ ਜਿਹੜੀ ਨਾ, ਇਹ ਰੁਕਣੀ ਨਹੀਂ ਔਰ ਇਹ ਤੇਜ਼ ਹੋਈ ਜਾਂਦੀ ਆ। ਇਹਨਾਂ ਨੂੰ ਜਿੰਨਾ ਪਿੱਛੇ ਨੂੰ ਆਉਣਗੇ ਉਨਾ ਹੀ ਉਹ ਪੱਕਾ ਹੋਏਗਾ ਕਿ ਹਾਂ ਗਲਤ ਕੀਤਾ ਸੀ ਕਰਕੇ ਪਿੱਛੇ ਨੂੰ ਸਟੈਪ ਲੈ ਕੇ ਆਏ ਆ। ਔਰ ਉਹ ਗਲਤੀ ਸਵੀਕਾਰ ਕਰਨਾ ਆ। ਜਦੋਂ 200 ਘਟਾਉਣਗੇ ਤਾਂ ਉਹ ਗਲਤੀ ਸਵੀਕਾਰ ਕਰਨਾ ਆ ਕਿ ਅਸੀਂ 200 ਇੰਨੇ ਸਾਲ 9 ਸਾਲ ਲੁੱਟ ਕਰਨ ਤੋਂ ਬਾਅਦ ਤੁਸੀਂ ਹੁਣ ਜਿਹੜਾ 200 ਘਟਾ ਰਹੇ ਹੋ, ਔਰ ਲੋਕਾਂ ਨੂੰ ਜਾਣੀ ਉਹ ਜਦੋਂ ਕਰੈਕਸ਼ਨ ਕਰਕੇ ਪਿੱਛੇ ਨੂੰ ਆਓਗੇ ਤਾਂ ਇਹ ਹੋਏਗਾ ਕਿ ਤੁਸੀਂ ਆਪਣੀ ਇਸ ਗਲਤੀ ਨੂੰ ਸਵੀਕਾਰ ਕਰਨਾ ਮੈਨਾ ਹੈ ਕਿ ਮੰਨ ਲਿਆ ਹੋਇਆ ਕਿ ਅਸੀਂ ਦੋਸ਼ੀ ਸੀਗੇ। ਕਿਸਾਨ ਮੂਵਮੈਂਟ 'ਚ ਵੀ ਇਹੀ ਹੋਈ ਸੀਗੀ ਗੱਲ, ਹਨਾ, ਏਦਾਂ ਹੀ ਹੋਇਆ ਸੀਗਾ। ਔਰ ਇਸ ਕਰਕੇ ਇਹ ਜਿੰਨੇ ਹੁਣ ਪੋਲੀਟੀਕਲੀ ਵੀ ਔਰ ਅੱਗੇ ਹੁਣ ਆ ਵਾਪਸ ਲੈਣਾ ਪਊਗਾ ਕਿ ਨਹੀਂ ਅਸੀਂ ਤਾਂ ਕਨਸਟੀਟਿਊਸ਼ਨ ਦੇ ਨਾਲ ਕੋਈ ਛੇੜਛਾੜ ਨਹੀਂ ਕਰਨ ਲੱਗੇ ਹੁਣ, ਕਿਉਂਕਿ ਪੂਰੀ ਨੇਸ਼ਨ ਇੱਕ ਪਾਸੇ ਲਾਮਬੰਦ ਹੋਈ ਜਾ ਰਹੀ ਹੈ। ਔਰ ਕਿੱਦਾਂ ਇਹ ਪੂਰੀ ਨੇਸ਼ਨ ਨੂੰ ਫੇਸ ਕਰ ਲੈਣਗੇ, ਹਨਾ। ਔਰ ਇਹ ਪੋਲਰਾਈਜੇਸ਼ਨ ਹੋਰ ਤੇਜ਼ ਹੋ ਰਹੀ ਆ। ਪੱਕੇ ਜਿਹੜੇ ਬੰਦੇ ਆਪਣੇ ਆ ਉਹ ਜ਼ਿਆਦਾ ਸ਼ੋਰ ਮਚਾਉਣਗੇ ਨਾ, ਇਹਦਾ ਮੈਨਾਂ ਇਹ ਥੋੜਾ ਕਿ ਵੀ ਜ਼ਿਆਦਾ ਹੋ ਗਿਆ ਉਹ, ਹਨਾ। ਜੇ ਬਾਕੀ ਸਾਇਲੈਂਟ ਹੈਗੇ ਤਾਂ ਉਹ ਘਟ ਜਾਣਗੇ, ਜਿਹੜੇ ਚੁੱਪ ਰਹਿਣਗੇ ਉਹ ਥੋੜੇ ਹੁੰਦੇ ਆ, ਜਿਹੜੇ ਜ਼ਿਆਦਾ ਰੌਲਾ ਪਾਉਣਗੇ ਜ਼ਿਆਦਾ ਹੁੰਦੇ ਆ। ਏਦਾਂ ਨਹੀਂ ਹੁੰਦੀ ਹੈ ਰਾਜਨੀਤੀ ਦੇ ਵਿੱਚ। ਗਿਣਤੀ ਜਿਹੜੀ ਹੈ ਨਾ ਲੋਕਾਂ ਦੀ ਹੁੰਦੀ ਆ। ਇਸ ਕਰਕੇ ਲੋਕਾਂ ਦੇ ਅੰਦਰ ਜਿਹੜੀ ਭਾਵਨਾ ਹੈਗੀ ਆ, ਅਸੀਂ ਵਿਚਰਦੇ ਹਾਂ, ਤੁਸੀਂ ਵਿਚਰਦੇ ਹੋ, ਉਹਨਾਂ ਨੂੰ ਵੀ ਪਤਾ ਕਿ ਲੋਕ ਕਿਸ ਪਾਸੇ ਵੱਲ ਨੂੰ ਸ਼ਿਫਟ ਕਰਕੇ ਜਾ ਰਹੇ ਆ। ਉਹਦਾ ਐਕਸਪ੍ਰੈਸ਼ਨ ਉਹਨਾਂ ਦੇ ਆਪਣੇ ਅੰਦਰ ਹੋ ਰਿਹਾ ਔਰ ਉਹਨਾਂ ਦੀ ਪਾਰਟੀ ਦੇ ਆਪਣੇ ਅੰਦਰ ਜਿਸ ਤਰ੍ਹਾਂ ਦਾ ਇੱਕ ਰੁਝਾਨ ਪੈਦਾ ਹੋ ਗਿਆ ਆ, ਉਹ ਵਿਰੋਧ ਪੈਦਾ ਹੋਣ ਦਾ ਮੈਨਾਂ ਇਹੀ ਹੁੰਦਾ ਕਿ ਅੰਦਰ ਵੀ ਲੋਕ ਭਰੇ ਪੀਤੇ ਬੈਠੇ ਆ ਜੀ। ਇਸ ਤਰ੍ਹਾਂ ਹੀ ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ ਕਿ ਇੱਕ ਤਾਂ ਪੋਲਰਾਈਜੇਸ਼ਨ ਜਿਹੜੀ ਹੈ ਸਮਾਜ ਦੇ ਅੰਦਰ ਹੋ ਰਹੀ ਹੈ, ਸੁਸਾਇਟੀ ਦੇ ਅੰਦਰ ਹੋ ਰਹੀ ਹੈ, ਰਾਜਸੀ ਤੌਰ ਤੇ ਹੋ ਰਹੀ ਹੈ। ਇੱਕ ਜਿਹੜੀ ਪੋਲਰਾਈਜੇਸ਼ਨ ਹੈ ਵਿਦਨ ਪਾਰਟੀ ਜਿਹੜੀ ਹੈ ਭਾਜਪਾ ਦੇ ਹੋ ਰਹੀ, ਜਿਸ ਤਰ੍ਹਾਂ ਮੱਧ ਪ੍ਰਦੇਸ਼ 'ਚ ਉਹਨਾਂ ਦੇ ਪੁਰਾਣੇ ਜਿੰਨੇ ਵੀ ਆਗੂ ਸੀ, ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਜਿਹੜੀ ਲੋਕ ਸਭਾ ਦੀ ਸਪੀਕਰ ਰਹੀ ਹੈ, ਸੁਮਿਤਰਾ ਮਹਾਜਨ, ਉਹ ਸਾਰੇ ਹੀ ਵੱਖ ਹੋ ਕੇ ਪਾਰਟੀ ਦੀ ਜਿਹੜੀ ਮੇਨ ਲੀਡਰਸ਼ਿਪ ਹੈ ਉਸ ਤੋਂ ਆਪਣੀ ਗੱਲ ਕਹਿ ਰਹੇ ਆ ਔਰ ਵੱਖ-ਵੱਖ ਥਾਵਾਂ ਤੇ ਬੜੀ ਵੱਡੀ ਗਿਣਤੀ 'ਚ ਛੱਡ ਕੇ ਜਿਹੜੇ ਉਹਨਾਂ ਦੇ ਸੀਨੀਅਰ ਆਗੂ ਹੈ ਉਹ ਪਾਸੇ ਹੋ ਰਹੇ ਆ। ਔਰ ਵਿੱਚ ਵੀ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ, ਤੇ ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਕਿਸ ਪਾਸੇ ਨੂੰ ਜਾਏਗੀ ਸਾਰੀ ਗੱਲ? ਦੇਖੋ, ਜੇ ਕੋਈ ਆਪੋਜੀਸ਼ਨ ਤਕੜੀ ਹੁੰਦੀ ਹੈ ਤਾਂ ਫਿਰ ਤਾਂ ਇਹਨਾਂ ਦੀ ਪਾਰਟੀ ਵਿੱਚੋਂ ਟੁੱਟ ਕੇ ਬੰਦੇ ਵੀ ਆਪੋਜੀਸ਼ਨ ਨਾਲ ਚਲੇ ਜਾਂਦੇ ਆ ਜਾਂ ਇੱਕ ਵੱਖਰਾ ਦਲ ਬਣਾ ਲੈਂਦੇ ਆ, ਵੱਖਰੇ ਹੋ ਜਾਂਦੇ। ਜਿੰਨਾ ਚਿਰ ਇਹ ਤਪ ਤੇ ਜਾਂ ਇਹਨਾਂ ਦਾ ਰਹੇਗਾ, ਮੋਦੀ ਦਾ ਸਾਰਾ ਇਹ ਮਾਹੌਲ ਜਾਂ ਬਣਾਈ ਰੱਖੇਗਾ, ਬੰਨ ਕੇ ਰੱਖੇਗਾ, ਉਹਨਾਂ ਚਿਰ ਪਾਰਟੀ ਦੇ ਅੰਦਰਲੇ ਬੰਦਿਆਂ ਨੂੰ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ। ਕਾਂਗਰਸ ਵੇਲੇ ਵੀ ਇਹ ਦੇਖਿਆ ਸੀ, ਖਾਸ ਕਰਕੇ ਰਾਜੀਵ ਗਾਂਧੀ ਦੇ ਟਾਈਮ ਦੇ ਵਿੱਚ। ਉਹ 85 ਦੇ ਵਿੱਚ ਚੀਫ ਮਿਨਿਸਟਰ ਤਾਂ ਬਣ ਗਿਆ ਸੀਗਾ, ਪ੍ਰਾਈਮ ਮਿਨਿਸਟਰ ਬਣ ਗਿਆ ਸੀਗਾ, ਪਰ ਉਹ 2 ਸਾਲ ਹੀ ਠੀਕ ਚੱਲ ਸਕਿਆ। 85, 86, 87 ਵਿੱਚ ਬੁਰਾ ਹਾਲ ਹੋ ਗਿਆ ਸੀ। 88 ਚ ਸਾਡੀ ਉਹਦੀ ਸਰਕਾਰ 99 ਚਲੀ ਗਈ। ਉਹ 2 ਸਾਲ ਪਾਰਟੀ ਚ ਛੱਡ ਕੇ ਜਾ ਰਿਹਾ, ਗਰੁੱਪ ਛੱਡ ਕੇ ਜਾ ਰਿਹਾ, ਗਰੁੱਪ ਛੱਡ ਕੇ ਜਾ ਰਿਹਾ। ਗਰੁੱਪ ਵੀ ਉਹਦੇ ਕੋਲ ਵੱਡਾ ਜਿੱਤ ਕੇ ਆ ਗਿਆ ਸੀਗਾ।
400 ਤੋਂ ਉੱਤੇ 404 ਉਹਦੇ ਕੋਲ MP ਆ ਗਏ ਸੀ ਉਦੋਂ। ਫਿਰ ਪਰ ਜਿੰਨਾ ਚਿਰ ਉਹ ਰਿਹਾ ਕੋਈ ਪਾਰਟੀ ਦਾ ਗਰੁੱਪ ਟੁੱਟ ਕੇ ਨਹੀਂ ਗਈ ਕਿਸੇ ਪਾਸੇ ਪਾਰਟੀ। 3 ਸਾਲ ਇਹ ਦਿੱਲੀ ਦੇ ਵਿੱਚ ਅਸੀਂ ਰੌਲਾ ਦੇਖਦੇ ਰਹੇ, ਪ੍ਰੈਸ ਕਾਨਫਰੰਸ ਕਰਦੇ ਰਹੇ, ਟੁੱਟਿਆ ਨਹੀਂ ਸੀ ਕੋਈ। ਇਸ ਕਰਕੇ ਟੁੱਟਣਾ ਤਾਂ ਬਹੁਤ ਪਾਰਟੀ ਦੇ ਵਿੱਚੋਂ ਕਾਫੀ ਮੁਸ਼ਕਲ ਕੰਮ ਹੁੰਦਾ ਹੈ, ਕਿਉਂਕਿ ਇਨਸਿਕਿਉਰਿਟੀ ਵੀ ਬਹੁਤ ਹੁੰਦੀ ਹੈ ਦੂਜੇ ਪਾਸੇ ਵਾਲੇ ਕਿਸੇ ਨੇ ਲੈਣਾ ਕਿ ਨਹੀਂ ਲੈਣਾ, ਜਾਂ ਉਹਨਾਂ ਨੇ ਕੋਈ ਪਹਿਲੀ ਥਾਂ ਦੇਣੀ ਹੈ ਕਿ ਨਹੀਂ। ਇਹਦੇ 'ਚ ਫਿਰ ਅਸੀਂ ਸ਼ਾਇਦ ਉਹ ਪਹਿਲੀ ਥਾਂ ਤੇ ਆ ਜਾਈਏ। ਇਸ ਕਿਸਮ ਦੀਆਂ ਕਈ ਗਿਣਤੀਆਂ ਮਿੱਟੀਆਂ ਪੋਲਿਟਿਕਸ ਚੱਲਦੀਆਂ ਰਹਿੰਦੀਆਂ। ਹੁਣ ਚਾਨਾ ਜੀ ਨੇ ਜਿਹੜੀ ਗੱਲ ਕਹੀ ਆ ਉਹ ਠੀਕ ਹੈ ਵੀ ਜਿਹੜਾ 200 ਸਿਲੰਡਰ ਦਾ ਰੁਪਈਆ ਘਟਾਤਾ, ਕੁਝ ਥੋੜਾ ਕਹਿਣਾ ਮੈਨੂੰ ਇਹ ਲੱਗਦਾ ਵੀ ਇਸ ਤਰੀਕੇ ਨਾਲ ਹੋਰ ਵੀ ਕਰਨਗੇ। ਜਿਹੜਾ ਲੋਕਾਂ ਨੂੰ ਖਿੱਚਣ ਲਈ ਪੈਸੇ ਪਾਰਟੀ ਕੋਲੇ ਬਹੁਤ ਹੈ ਤੇ ਪੈਸੇ ਇਹ ਹੋਰ ਵੀ ਖਰਚ ਕਰ ਸਕਦੇ ਜੇ ਹਜੇ ਨਹੀਂ ਕਰਨਗੇ ਇਲੈਕਸ਼ਨ ਦੇ ਨੇੜੇ ਜਾ ਕੇ। ਇੱਕ ਤਾਂ ਇਹ ਵੀ ਇਹ ਪਤਾ ਖੇਡਣਗੇ ਵੀ ਕਿਸੇ ਚੀਜ਼ ਦੇ ਹੋਰ ਜਿਹੜਾ ਖਾਸ ਕਰਕੇ ਘਰ ਨੂੰ, ਕਿਸੇ ਗਰੀਬ ਫੈਮਿਲੀ ਨੂੰ, ਕਿਸੇ ਦੇ ਚੁੱਲ੍ਹੇ ਨੂੰ ਕੋਈ ਮਦਦ ਕਰਦਾ, ਕਿਸੇ ਦੀ ਰੋਟੀ ਦਾ ਜਾਂ ਕਿਸੇ ਬੇਰੁਜ਼ਗਾਰੀ ਦਾ, ਇਹ ਜਿਹੜੇ ਮਸਲੇ ਆ ਜੇ ਉੱਥੇ ਜਾ ਕੇ ਇਫੈਕਟ ਕਰਦਾ, ਲੋਕਾਂ ਨੂੰ ਭਰਮਾਉਂਦਾ, ਉਹੋ ਜਿਹਾ ਕੁਝ ਹੋਰ ਕਰ ਸਕਦੇ ਆ, ਇੰਨਾ ਕਰ ਸਕਦੇ ਆ। ਇਹ ਕਰਨਗੇ ਜ਼ਰੂਰ, ਪਰ ਜਿਸ ਕਿਸਮ ਦੀ ਬੇਰੁਜ਼ਗਾਰੀ ਆ 9 ਸਾਲਾਂ 10 ਸਾਲਾਂ 'ਚ ਹੋਈ ਹੈ, ਜਿਸ ਕਿਸਮ ਦਾ ਸਾਰਾ ਖਾਸ ਕਰਕੇ ਕਰੋਨਾ ਦੇ ਜਿਹੜੇ ਲੇਟੈਸਟ ਅੰਕੜੇ ਆਏ ਉਹਦੇ 'ਚ ਤਾਂ ਇਹ ਹੈ ਸਿੱਧੂ ਸਾਹਿਬ ਕਿ 70 ਲੱਖ ਲੋਕ ਜਿਹੜੇ ਆ ਉਹਨਾਂ ਦੀਆਂ ਨੌਕਰੀਆਂ ਗਈਆਂ, ਬੇਰੁਜ਼ਗਾਰ ਹੋਏ ਆ। ਨਹੀਂ 70 ਲੱਖ ਲੋਕ ਬੇਰੁਜ਼ਗਾਰ ਹੋਏ ਆ ਕਿੱਥੇ? 2 ਕਰੋੜ ਦੀ ਇਹਨੇ ਲੋਕਾਂ ਨੂੰ ਨੌਕਰੀਆਂ ਹਰ ਸਾਲ ਦੇਣੀਆਂ ਸੀ, ਉਹ ਕਿੱਥੇ ਗਿਆ ਸਾਰਾ ਕੁਝ? ਇਸ ਤੋਂ ਇਲਾਵਾ ਵੀ ਜਿਹੜੇ ਕਰੋਨਾ ਦੇ 2 ਸਾਲ ਦੇ ਪੀਰੀਅਡ ਵਿੱਚ ਇੱਥੋਂ ਸ਼ਹਿਰ ਛੱਡ ਕੇ ਤੇ ਆਪਦੇ ਰੁਜ਼ਗਾਰ ਛੱਡ ਕੇ ਭੱਜੇ ਆ, ਉਹ ਵਾਪਸ ਕਦੇ ਕਿੱਥੇ ਆਏ ਆ? ਉਹ ਪਤਾ ਨਹੀਂ ਕਿਵੇਂ ਦਿਨ ਗੁਜ਼ਾਰ ਰਹੇ ਹੋਣਗੇ। ਆ ਜਿਹੜੇ 20-21 ਚ ਪਹੁੰਚੇ ਆ, 22 ਚ ਕਿੱਥੇ ਬੰਦੇ ਹਜੇ ਸੈੱਟ ਹੋਏ ਆ? ਇਸ ਕਰਕੇ ਪ੍ਰੋਬਲਮ ਤਾਂ ਪਿੰਡਾਂ 'ਚ ਦਿਹਾਤੀ ਇਲਾਕਿਆਂ 'ਚ ਬਹੁਤ ਪਈ ਹੈ। ਬੇਰੁਜ਼ਗਾਰੀ ਤਾਂ ਬੜੀ ਸਿਰੇ ਦੀ ਬੇਰੁਜ਼ਗਾਰੀ ਹੈ ਤੇ ਇਹ ਨਹੀਂ ਸਮਝ ਆਉਂਦਾ ਵੀ ਗੁਜ਼ਾਰਾ ਕਿਵੇਂ ਕਰਦਾ। ਜਿਵੇਂ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਗੱਲ ਹੈ ਵੀ ਬੇਰੁਜ਼ਗਾਰੀ ਤੇ ਬਹੁਤ ਜ਼ਿਆਦੀਆਂ ਜਿਹੜੀਆਂ ਟੈਨਸ਼ਨ ਹੈ ਕਿ ਲਾਈਫ ਦੀ ਡੇ ਟੂ ਲਾਈਫ, ਉਹਦੇ ਵਿੱਚੋਂ ਵੀ ਤੁਸੀਂ ਜੇ ਸਾਡੇ ਮਜ਼ਦੂਰ ਵਰਗ ਨੂੰ ਦੇਖੋ, ਉਹਦੇ ਵਿੱਚ ਨਸ਼ਿਆਂ ਦਾ ਜਿਹੜਾ ਭਰਮਾਰ ਹੈ ਉਹ ਵੀ ਇਸੇ ਗੱਲ 'ਚ ਹੈ। ਗੱਲ ਭੁਲਾਉਣ ਦੇ ਲਈ, ਤਕਲੀਫ ਭੁਲਾਉਣ ਲਈ, ਸਾਰਾ ਰੋਜ਼ ਦੀ ਜਿਹੜੀ ਜ਼ਿੰਦਗੀ ਦਾ ਜਿਹੜਾ ਔਖਾ ਸਾਰਾ ਪਲ ਹੈ ਉਹਨਾਂ ਨੂੰ ਭੁੱਲ ਜਾਣ ਲਈ ਇਹ ਸਾਰਾ ਕੁਝ ਨਸ਼ੇ ਨੁਸ਼ੇ ਉਧਰੋਂ ਸ਼ੁਰੂ ਹੋ ਜਾਂਦੇ। ਉਹ ਵੀ ਇੱਕ ਪੱਖ ਚੱਲਦਾ ਰਹਿੰਦਾ। ਦੂਜਾ ਇਹ ਠੀਕ ਹੈ ਵੀ ਨਸ਼ੇ ਨੂੰ ਜਿਹੜੀਆਂ ਅੱਗੇ ਲਿਆਉਣ ਵਾਲੇ ਜਾਂ ਉਹਨਾਂ ਨੂੰ ਪ੍ਰਚਲਿਤ ਕਰਨ ਵਾਲੇ ਕੈਮੀਕਲ ਨਸ਼ਿਆਂ ਨੂੰ ਤੇ ਹੋਰ ਬੜੀਆਂ ਫੋਰਸਸ ਹੈਗੀਆਂ ਜਿਹਦੇ ਵਿੱਚ ਬੜੀਆਂ ਲੰਬੀਆਂ ਚੌੜੀਆਂ ਫੋਰਸਸ ਸ਼ਾਮਲ ਹੋਈਆਂ। ਤੋਂ ਇਸ ਕਰਕੇ ਸਾਰਾ ਕੁਝ ਅਜੇ ਬਹੁਤ ਜ਼ਿਆਦਾ ਗਰਾਊਂਡ ਉੱਤੇ ਬੜਾ ਜ਼ਿਆਦਾ ਮੁਸ਼ਕਲ ਪਿਆ ਹੈਗਾ। ਗਰਾਊਂਡ ਉੱਤੇ ਕੋਈ ਵੀ ਨਹੀਂ ਬਣਦਾ ਇਹਦਾ ਵੀ ਇਹਨੂੰ ਕੋਈ ਜਿਤਾ ਸਕਦਾ। ਪਰ ਫਿਰ ਵੀ ਬੜੀ ਹੈਰਾਨੀ ਹੁੰਦੀ ਹੈ, ਜਿਵੇਂ ਜਿਸ ਤਰੀਕੇ ਦੇ 19 ਦੀ ਇਲੈਕਸ਼ਨ ਜਿੱਤੀ ਹੈ, ਯੂਪੀ ਦੀ ਇਲੈਕਸ਼ਨ ਜਿੱਤੀ ਹੈ ਦੂਜੀ ਵਾਰ, ਇਹਦੇ ਤੋਂ ਬੜੀ ਹੈਰਾਨੀ ਹੁੰਦੀ ਹੈ ਵੀ ਇਸ ਕਿਸਮ ਦਾ ਕਿਵੇਂ ਜਿੱਤ ਜਾਂਦਾ ਬੰਦੇ। ਮੀਟਿੰਗਾਂ ਨਹੀਂ ਹੋ ਰਹੀਆਂ, ਇਹਨਾਂ ਦੇ ਲੀਡਰਾਂ ਨੂੰ ਭਜਾ ਰਿਹਾ, ਫਿਰ ਵੀ ਪੱਛਮੀ ਯੂਪੀ ਦੇ ਵਿੱਚੋਂ ਸਾਰੇ ਹੀ ਸੀਟਾਂ ਸਾਰੀਆਂ ਹੀ ਆਲਮੋਸਟ ਕਵਰ ਕਰਕੇ ਅਸੀਂ ਉੱਥੇ ਤਾਂ ਬਹੁਤ ਬੁਰਾ ਹਾਲ ਹੋਇਆ ਸੀ, ਲੋਕਾਂ ਨੂੰ ਯਾਦ ਹੈ ਸਾਰਾ ਕੁਝ। ਤੋਂ ਇਸ ਕਰਕੇ ਇਹ ਸਾਰਾ ਕੁਝ ਹਜੇ ਬੜਾ ਕਨਫਿਊਜ਼ਨ 'ਚ ਹੈ। ਕੋਸ਼ਿਸ਼ ਹੈ ਪਰ ਲਾਮਬੰਦ ਹੋਣ ਦੇ ਨਾਲ EVM ਮਸ਼ੀਨਾਂ ਤੇ ਹੋਰ ਵੀ ਸਾਰਾ ਕੁਝ ਇਹਨਾਂ ਨੂੰ ਆਪੋਜੀਸ਼ਨ ਨੂੰ ਧਿਆਨ ਰੱਖਣਾ ਪਏਗਾ, ਤਾਂ ਜਾ ਕੇ ਕਿਤੇ ਇਹ ਇਲੈਕਸ਼ਨ ਦੀ ਜਿਹੜੀ ਗੇਮ ਹੈ, ਸਾਡੀ ਡੈਮੋਕ੍ਰੇਸੀ ਵੀ ਇਲੈਕਟੋਰਲ ਡੈਮੋਕ੍ਰੇਸੀ ਹੋ ਗਈ ਹੈ, ਮੁੱਦਾ ਹੀ ਤਾਂ ਹੈ ਨਹੀਂ। ਤੇ ਇਸ ਕਰਕੇ ਇਹ ਮੁੱਦਿਆਂ ਨੂੰ ਡੈਮੋਕ੍ਰੇਸੀ ਦੇ ਵਿੱਚ ਕੰਪੇਨ ਵਿੱਚ ਸ਼ਾਮਲ ਕਿਵੇਂ ਕਰਨਾ ਪਊਗਾ। 9 ਮੁੱਦੇ ਜਿਹੜੇ ਸੋਨੀਆ ਗਾਂਧੀ ਨੇ ਦਿੱਤੇ, ਇਹ ਕਿਵੇਂ ਸਾਡੇ ਇਲੈਕਸ਼ਨ ਕੰਪੇਨ ਦਾ ਹਿੱਸਾ ਬਣਨਗੇ, ਸਾਡੇ ਟੋਟਲ ਪੋਲੀਟੀਕਲ ਕਸ਼ਮਕਸ਼ ਦਾ ਕਿਵੇਂ ਹਿੱਸਾ ਬਣਨਗੇ, ਸਾਰਾ ਇਹ ਬਹੁਤ ਜ਼ਰੂਰੀ ਹੈ, ਬਣਨਾ ਚਾਹੀਦਾ। ਹਾਂਜੀ ਤੇ ਚਾਹੁੰਦਾ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ, ਸੰਖੇਪ ਟਿੱਪਣੀ ਤੁਹਾਡੀ ਫੇਰ ਸਿੱਧੂ ਸਾਹਿਬ। ਉਹੀ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ 9 ਪੁਆਇੰਟ ਤਾਂ ਜਦੋਂ ਉਹ ਨਾ ਸਲੋਗਨ ਲੈ ਕੇ ਆਉਣਗੇ, ਜਦੋਂ ਪਲਾਨ ਪੇਸ਼ ਕਰਨਗੇ, ਆਪਣਾ ਮੈਨੀਫੈਸਟੋ ਤਿਆਰ ਕਰਨਗੇ ਕਿ ਅਸੀਂ ਰਾਜ ਬਦਲ ਕੇ ਆਹ ਕੰਮ ਕਰਾਂਗੇ, ਉਹਦੀ ਇੰਪਲੀਮੈਂਟੇਸ਼ਨ ਸਾਹਮਣੇ ਆਏਗੀ। ਦੂਜਾ ਹੈ ਕਿ ਲੋਕਾਂ ਨੂੰ ਇਹਨਾਂ ਦੇ ਜੋ ਕਹਿਣਾ ਆ, ਇਹ ਜੋ ਬੋਲਦੇ ਆ, ਇਹ ਕੋ ਬਹੁਤਾ ਇਹਨਾਂ ਦੇ ਬੋਲ ਨਹੀਂ ਇੰਨਾ ਚੁੱਭਣੋਂ ਹਟ ਗਏ ਲੋਕਾਂ ਨੂੰ। ਲੋਕ ਇਹ ਸਮਝਦੇ ਆ ਕਿ ਲਾਰਾ ਲਾਉਣਾ ਤੇ ਝੂਠ ਬੋਲਣਾ ਜਿਹੜਾ ਨਾ ਇਹਨਾਂ ਦੇ ਸ਼ੁਗ ਲਿਆ ਹੈ ਨਾ। ਔਰ ਇਸ ਕਰਕੇ ਇਹ ਵੀ 2 ਕਰੋੜ ਦੀਆਂ ਨੌਕਰੀਆਂ ਦੇਣੀਆਂ ਸੀਗੀਆਂ ਜਾਂ 15-15 ਲੱਖ ਰੁਪਈਆ ਜਮ੍ਹਾਂ ਕਰਾਉਣਾ ਸੀ, ਉਹ ਲੋਕਾਂ ਨੇ ਉਹਦੇ ਬਾਰੇ ਸੋਚਣਾ ਸ਼ੁਰੂ ਕਰਤਾ ਵੀ ਇਹ ਆਪ ਹੀ ਉਹ ਮੰਨ ਗਏ, ਕਹਿ ਹੀ ਦਿੱਤਾ ਕਿ ਜੇ ਜੁਮਲਾ ਸੀਗਾ ਇਹ।
ਯਾਨੀ ਲੋਕ ਸਮਝਦੇ ਕਿ ਇਹਨਾਂ ਦਾ ਸ਼ੁਗਲਿਆ ਕਰਨਾ ਕੰਮ, ਲੇਕਿਨ ਇਹ ਕਰ ਸਕਣਗੇ ਕਿ ਹੁਣ ਕੁਝ ਦੇਣ ਦੇ ਕਾਬਿਲ ਹੈਗੇ ਕਿ ਨਹੀਂ ਹੈਗੇ, ਇਹ ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਕਿ ਇਹ ਹੁਣ ਸਾਡੇ ਲਈ ਕੁਝ ਨਹੀਂ ਕਰ ਸਕਣਗੇ, ਨਾ ਇਹਨਾਂ ਦੀ ਸਕੀਮ ਹੈਗੀ ਹੈ, ਹੋਰ ਕੁਝ ਬੰਦਿਆਂ ਲਈ ਕਰਦੇ ਆ, ਉਹ ਇਹਨਾਂ ਨੇ ਕਰ ਲਿਆ ਪੂਰਾ। ਹੁਣ ਦੂਸਰੀ ਗੱਲ ਰਹਿ ਗਈ ਇਹ ਕਿ ਮੈਨੂੰ ਇਹ ਆਖਰ ਦੇ ਵਿੱਚ ਮੈਂ ਇੱਕ ਯਾਦ ਆ ਰਿਹਾ ਮੈਨੂੰ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਦਾ ਇੱਕ ਬਚਨ, ਉਹ ਕਹਿੰਦੇ ਆ ਕਿ ਜਿਹੜੇ ਝੂਠ ਆ ਨਾ, ਇਹਦੀ ਤਾਕਤ ਬਹੁਤ ਹੁੰਦੀ ਆ ਪਰ ਇਹਦੀ ਉਮਰ ਬਹੁਤ ਥੋੜੀ ਹੁੰਦੀ। ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ। ਐਸਐਸ ਸਾਹਿਬ ਤੁਹਾਡਾ ਸੰਖੇਪ। ਵੈਸੇ ਮੈਂ ਤਾਂ ਇਹੀ ਕਹੂੰਗਾ ਵੀ ਜਿਸ ਮੋੜ ਤੇ ਸਾਡੀ ਰਾਜਨੀਤੀ ਪਹੁੰਚ ਗਈ ਹੈ ਉਹਦੇ ਵਿੱਚ ਮੁੱਦੇ ਵੀ ਬਹੁਤ ਸੋਹਣੇ ਉੱਠ ਰਹੇ ਆ ਤੇ ਜਿਹੜੀ ਰੂਲਿੰਗ ਪਾਰਟੀ ਆ ਉਸ ਨੂੰ ਵੀ ਕਾਰਨਰ ਇੱਕ ਖੂੰਜੇ ਲਾਇਆ ਜਾ ਰਿਹਾ ਬੜੇ ਜ਼ੋਰ ਸ਼ੋਰ ਨਾਲ, ਤੇ ਮੈਨੂੰ ਲੱਗਦਾ ਵੀ ਲੋਕ ਇਹਦਾ ਸਾਥ ਦੇਣਗੇ ਤੇ ਉਹਦੇ ਝੂਠ ਨੂੰ ਛੇਤੀ ਤੋਂ ਛੇਤੀ ਨੰਗਾ ਕਰਨਗੇ। ਮੈਂ ਇਹੀ ਕਹਿਣਾ। ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਜਿਸ ਤਰ੍ਹਾਂ ਸਾਡੇ ਦੋਸਤਾਂ ਨੇ, ਸਾਡੇ ਵਿਸ਼ੇਸ਼ ਮਹਿਮਾਨਾਂ ਨੇ ਇਸ ਗੱਲ ਦੇ ਉੱਤੇ ਇਹ ਗੱਲ ਕਹੀ ਹੈ ਕਿ ਬਕਾਇਦਾ ਜੋ ਕੁਝ ਇਸ ਵੇਲੇ ਹੋ ਰਿਹਾ ਹਿੰਦੁਸਤਾਨ 'ਚ ਕਿ ਉਹ ਭਾਰਤ ਦੇ ਲੋਕ ਸਮਝ ਚੁੱਕੇ ਆ, ਪਰ ਹੋਰ ਜਿਹੜੇ ਚੋਣਾਂ ਦੇ ਢੰਗ ਤਰੀਕੇ ਵਰਤੇ ਜਾਂਦੇ ਆ ਉਹਨਾਂ ਤੇ ਵੀ ਜਿਹੜਾ ਗੱਠਜੋੜ ਹੈ ਇੰਡੀਆ ਦਾ, ਉਹਨੂੰ ਨਜ਼ਰ ਰੱਖਣ ਦੀ ਲੋੜ ਹੈ, ਲੋਕਾਂ ਨੂੰ ਨਜ਼ਰ ਰੱਖਣ ਦੀ ਲੋੜ ਹੈ, ਤਾਂ ਜੋ ਜਿਹੜੀ ਜ਼ਮੀਨੀ ਹਕੀਕਤਾਂ ਹੈ ਉਹ ਨਤੀਜਿਆਂ ਵਿੱਚ ਵੀ ਸਾਹਮਣੇ ਆ ਸਕਣ। ਇੱਥੇ ਹੀ ਅਸੀਂ ਆਪਣੀ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜਿਹੜੇ ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੇ ਜੇ ਇਸ ਗੱਲਬਾਤ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ, ਤੁਹਾਡੀ ਕੋਈ ਰਾਏ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਤੁਸੀਂ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਿੱਧੂ ਸਾਹਿਬ ਚਾਹਨਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਸ਼ੁਕਰੀਆ ਜੀ ਜੰਡੂ ਸਾਹਿਬ।